ਤੁਸੀਂ ਇਹ ਕਹੋ ਕਿ ਸਿੱਖ ਮਾਰੇ 1984 ਚ ਜੀ ਸਿੱਖ ਮਾਰੇ ਉੱਥੇ ਤੇ ਸਿੱਖੀ ਮਾਰੀ 2015 ਚ। ਮੈਂ ਵੀ ਅਸਤੀਫਾ ਦਿੱਤਾ, ਬੜੇ ਸਾਰੇ ਹੋਰ ਮੈਂਬਰਾਂ ਨੇ ਅਸਤੀਫਾ ਦਿੱਤਾ ਜੀ। ਉਸ ਵਕਤ ਅਸਤੀਫਾ ਦਿੱਤਾ ਕੌਮ ਦੇ ਛਿੱਤਰਾਂ ਤੋਂ ਡਰਦੇ ਨੇ। ਧੰਦਾ ਮਤਲਬ ਇਹ ਸੀ, ਮੇਰੇ ਕੋਲ ਇਹ ਰਿਪੋਰਟਾਂ ਵੀ ਆਈਆਂ ਨੇ ਕਿ ਉਹ ਫੰਡ ਨੂੰ ਹੇਰਾ ਫੇਰੀ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਪਾ ਕੇ ਮਤਲਬ ਉੱਥੋਂ ਆਪਣਾ ਘਰ ਚਲਾਉਂਦੇ। ਇਹ ਮੈਂ ਇਹ ਗੱਲ ਕਹਿ ਰਿਹਾ, ਮੈਂ ਕਦੇ ਜ਼ਿੰਦਗੀ ਦੇ ਵਿੱਚ ਕਦੇ ਝੂਠੀ ਗੱਲ ਨਹੀਂ ਕਹੀ। ਤੇ ਜੇ ਕਿਸੇ ਨੂੰ ਕੋਈ ਇਤਰਾਜ਼ ਹੋਇਆ ਤਾਂ ਮੇਰੇ ਨਾਲ ਬਹਿ ਜਾਵੇ ਤੇ ਫਿਰ ਆਪਾਂ ਇਨਕੁਆਇਰੀ ਕਰ ਲਾਂਗੇ। ਜੇ ਸ਼੍ਰੋਮਣੀ ਕਮੇਟੀ ਅੱਜ ਲਗਭਗ 450 ਕਰੋੜ ਰੁਪਈਆ ਵੀ ਜਿਹੜਾ ਇਹ ਦਿੰਦੀ ਸੀ, ਮੈਂ ਇੱਕ ਰਿਕਾਰਡ ਤੁਹਾਡੇ ਸਾਹਮਣੇ ਜਸਪਾਲ ਸਿੰਘ ਜੀ, ਪਤਾ ਹੀ ਨਹੀਂ ਖੁਰਾ ਖੋਜੇ ਮਿਟਾ ਦਿੱਤਾ ਉਹਨਾਂ ਦਾ ਵੀ ਉਹ ਕਿੱਥੇ ਨੂੰ ਚਲੇ ਕਿ ਇਹਨੂੰ ਤੁਸੀਂ ਸਰਕਾਰੀ ਸਾਜ਼ਿਸ਼ ਨਾਲ ਮਿਲਾ ਕੇ ਦੇਖਦੇ ਹੋ। ਬਿਲਕੁਲ। ਸਤਿ ਸ਼੍ਰੀ ਅਕਾਲ ਜੀ, ਮੈਂ ਜਸਪਾਲ ਸਿੰਘ। ਇੰਦਰਾ ਗਾਂਧੀ ਬਹੁਤ ਸਾਰੇ ਲੋਕਾਂ ਵਾਸਤੇ ਮਸੀਹਾ ਵੀ ਬਣੀ ਹੋਈ ਸੀ, ਕਿਉਂਕਿ ਉਹਨਾਂ ਨੇ ਇੱਕ ਸਮੇਂ ਨਾਅਰਾ ਦਿੱਤਾ ਸੀ ਗਰੀਬੀ ਹਟਾਓ, ਜਿਹਦੇ ਕਰਕੇ ਉਹਨਾਂ ਦੀ ਇੱਕ ਵੱਖਰੀ ਪਛਾਣ ਸੀ। ਪਰ ਉਸੇ ਸਮੇਂ ਦੇ ਵਿੱਚ ਹੀ ਜਦੋਂ ਇੰਦਰਾ ਗਾਂਧੀ ਨੇ ਕਰਫਿਊ ਲਾਇਆ ਸਾਰੇ ਦੇਸ਼ ਦੇ ਵਿੱਚ, ਵੱਡੇ ਵੱਡੇ ਜਿਹੜੇ ਲੀਡਰ ਸੀ ਚੱਕ ਕੇ ਜੇਲ੍ਹਾਂ 'ਚ ਮਾਰੇ, ਤਾਂ ਮੀਡੀਆ ਦੇ ਉੱਪਰ ਵੀ ਜਿਹੜਾ ਰਿਪੋਰਟਿੰਗ ਕਰਨ ਦੀਆਂ ਉਹਨਾਂ ਨੇ ਪਾਬੰਦੀਆਂ ਲਾਤੀਆਂ, ਤਾਂ ਉਦੋਂ ਇੰਦਰਾ ਗਾਂਧੀ ਦੀ ਨਖੇਦੀ ਚਾਰ ਚੁਫੇਰਿਓਂ ਹੋਈ ਸੀ। ਹੁਣ ਸਵਾਲ ਇੱਥੇ ਇਹ ਉੱਠਦਾ ਕਿ ਜੇ ਇੰਦਰਾ ਗਾਂਧੀ ਸਾਰੇ ਹਿੰਦੁਸਤਾਨ ਨੂੰ ਲੋਕ ਦੇ ਵਿੱਚ ਜੇਲ੍ਹ ਦੇ ਵਿੱਚ ਡੱਕ ਸਕਦੀ ਸਾਰੇ ਲੀਡਰਾਂ ਨੂੰ, ਤਾਂ ਕੀ ਉਹ ਪੰਜਾਬ ਪ੍ਰਤੀ ਕੋਈ ਚੰਗੀ ਜਾਂ ਉਸਾਰੂ ਸੋਚ ਰੱਖ ਸਕਦੀ ਸੀ? ਕੀ ਇੱਥੇ ਜੋ ਕੁਝ ਪੰਜਾਬ ਦੇ ਵਿੱਚ ਹੋਇਆ, ਕੀ ਉਹ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀਆਂ ਗਲਤੀਆਂ ਕਰਕੇ ਹੋਇਆ, ਜਾਂ ਜਰਨੈਲ ਸਿੰਘ ਭਿੰਡਰਾਂਵਾਲਾ ਹੀ ਅੱਤਵਾਦ ਫੈਲਾ ਰਿਹਾ ਸੀ ਜਿਸ ਕਰਕੇ ਜੂਨ 84 ਦੇ ਟਾਈਮ ਅਟੈਕ ਕਰਨਾ ਪਿਆ ਇੰਦਰਾ ਗਾਂਧੀ ਨੂੰ? ਇਹ ਸਾਰੇ ਕਾਰਨ ਸੀ, ਇੱਕ ਪੋਲੀਟੀਕਲ ਕਾਰਨ ਸੀ ਜਾਂ ਕੀ ਸੀ? ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਾਬਾ ਗੁਰਪ੍ਰੀਤ ਸਿੰਘ ਰੰਧਾਵਾ ਜੀ। ਬਾਬਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਚੈਨਲ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਬਾ ਜੀ, ਮੇਰਾ ਸਵਾਲ ਇਹ ਆ ਵੀ ਜਿਵੇਂ ਭਿੰਡਰਾਂਵਾਲਿਆਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ, ਨੈਸ਼ਨਲ ਮੀਡੀਆ ਦੇ ਉੱਪਰ ਦਿਨ ਰਾਤ ਭੰਡੀ ਪ੍ਰਚਾਰ ਕੀਤਾ ਜਾਂਦਾ ਹੈ ਸੰਤ ਜਰਨੈਲ ਸਿੰਘ ਜੀ ਬਾਰੇ, ਔਰ ਉਸੇ ਸਮੇਂ ਦੇ ਉੱਪਰ ਜੇ ਇੰਦਰਾ ਗਾਂਧੀ ਦੀ ਗੱਲ ਕਰਦੇ ਆ ਵੀ ਇਮਰਜੈਂਸੀ ਲਾਈ, ਈਵਨ ਕਿ ਦਾ ਹਿੰਦੂ ਅਖਬਾਰ ਇੰਗਲਿਸ਼ ਦਾ ਉਹਨਾਂ ਨੇ ਕਾਫੀ ਸਮਾਂ ਪਹਿਲਾਂ ਮੌਨਸਟਰ ਸ਼ਬਦ ਵੀ ਵਰਤਿਆ ਸੀ। ਮੌਨਸਟਰ ਨੂੰ ਜੇ ਮੈਂ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਾਂ ਤਾਂ ਰਾਖਸ਼ ਉਹਨੂੰ ਕਿਹਾ ਜਾਂਦਾ ਮੌਨਸਟਰ ਨੂੰ, ਕਿਉਂਕਿ ਉਹਨਾਂ ਨੇ ਇਮਰਜੈਂਸੀ ਦੀ ਇੱਕ ਗੱਲਬਾਤ ਦੇ ਵਿੱਚ ਇਹ ਸ਼ਬਦ ਵਰਤਿਆ ਸੀ। ਤਾਂ ਜਿਨ੍ਹਾਂ ਨੂੰ ਰਾਖਸ਼ ਕਿਹਾ ਜਾ ਰਿਹਾ, ਉਹ ਲੋਕ ਪੰਜਾਬ ਦੇ ਵਿੱਚ ਸਿੱਖਾਂ ਨੂੰ ਕਹਿ ਰਹੇ ਆ ਅੱਤਵਾਦੀ। ਜਰਨੈਲ ਸਿੰਘ ਨੂੰ ਅੱਤਵਾਦੀ ਕਹਿ ਕੇ ਸ਼ਹੀਦ ਕਰ ਦਿੱਤਾ ਗਿਆ। ਤੁਸੀਂ ਸੰਤਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਦੇਖੋ, ਵੈਸੇ ਤਾਂ ਮੇਰੀ ਉਮਰ 6 ਸਾਲ ਦੀ ਸੀ ਉਦੋਂ ਜੀ। ਜਿੰਨੀ ਕਿ ਹਿਸਟਰੀ ਮੈਂ ਪੜ੍ਹੀ ਹੈ, ਜਾਂ ਖਾਸ ਕਰਕੇ ਮੇਰੇ ਪਿਤਾ ਜੀ ਜਿਨ੍ਹਾਂ ਦਾ ਸੰਬੰਧ ਟਕਸਾਲ ਨਾਲ ਰਿਹਾ, ਔਰ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਉਹਨਾਂ ਦੀ ਬੜੀ ਨੇੜਤਾ ਰਹੀ। ਤੁਹਾਡੇ ਪਿਤਾ ਜੀ ਦੀ? ਜੀ, ਬਾਬਾ ਹਰੀ ਸਿੰਘ ਰੰਧਾਵਾ ਜੀ, ਕਿਉਂਕਿ ਉਹ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਸਾਹਿਬ ਮੇਰੇ ਪਿਤਾ ਜੀ ਹਰੇਕ ਐਤਵਾਰ ਜਿਹੜਾ ਦੀਵਾਨ ਸਜਾਉਂਦੇ ਸੀ ਜੀ, ਤੇ ਕਦੇ ਕਦੇ ਮਹਾਂਪੁਰਖ ਇੱਥੇ ਆਉਂਦੇ ਸੀ ਜੀ। ਔਰ ਮੈਨੂੰ ਇਹ ਵੀ ਯਾਦ ਆ ਕਿ ਮੇਰੇ ਪਿਤਾ ਜੀ ਨੇ ਜਿਹੜੀ ਮੈਨੂੰ ਇਹ ਦੱਸੀ ਗੱਲ ਕਿ ਸ਼ੁਰੂਆਤੀ ਦੌਰ ਦੇ ਵਿੱਚ ਹੀ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਇਹ ਗੱਲ ਸਪਸ਼ਟ ਕਰਤੀ ਸੀ ਕਿ ਤੁਹਾਡਾ ਜਿਹੜਾ ਕੰਮ ਹੈ ਤੁਸੀਂ ਪੜ੍ਹਨਾ ਤੇ ਪੜ੍ਹਾਉਣਾ। ਇਹ ਸੰਤ ਜਰਨੈਲ ਸਿੰਘ ਨੇ ਤੁਹਾਡੇ ਪਿਤਾ ਜੀ ਨੂੰ ਕਿਹਾ? ਜੀ ਜੀ, ਵੀ ਕਿਉਂਕਿ ਇੱਕ ਮਿਸ਼ਨ ਹੁੰਦਾ, ਅਸੀਂ ਇਹ ਸਮਝਦੇ ਹਾਂ ਕਿ ਤੁਹਾਡੇ ਤੇ ਪ੍ਰਮਾਤਮਾ ਦੀ ਇਹ ਕਿਰਪਾ ਕਿ ਤੁਹਾਡੇ ਕੋਲ ਵਿੱਦਿਆ ਦਾ ਖਜ਼ਾਨਾ, ਤੇ ਤੁਸੀਂ ਉਹਦੇ ਤੇ ਧਿਆਨ ਦੇਣਾ, ਹੋਰ ਪਾਸੇ ਤੁਸੀਂ ਕਿਸੇ ਗੱਲ ਵੱਲ ਦੇਖਣਾ ਨਹੀਂ ਜੀ। ਸੋ ਦੇਖੋ, ਜਦੋਂ ਅਖੀਰ ਉਹ 6 ਜੂਨ ਪਰਸੋਂ ਨੂੰ ਆ ਰਿਹਾ ਹੈ ਜੀ, ਉਹਨਾਂ ਦੇ ਜੀਵਨ ਤੋਂ ਮੈਨੂੰ ਲੱਗਦਾ ਕਿ ਇੱਕੋ ਗੱਲ ਜਿਹੜੀ ਹੈ ਨਿਬੜ ਜਾਂਦੀ ਹੈ, ਜੋ ਗੁਰਬਾਣੀ ਕਹਿੰਦੀ ਹੈ, ਸੰਤ ਨਾ ਛੋਡੀ ਸੰਤੀ ਜੋ ਕੋਟਕ ਮਿਲਿਆ ਅਸੰਤ। ਅਸਲ ਵਿੱਚ ਜਿਹੜੀ ਸੰਤ ਦੀ ਵਿਆਖਿਆ, ਸੰਤ ਦੀ ਪਰਿਭਾਸ਼ਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਜਿਹੜੀ ਦਿੱਤੀ ਹੈ ਜੀ, ਤੇ ਉਸ ਦੇ ਅਨੁਸਾਰ ਉਹਨਾਂ ਨੇ ਆਪਣਾ ਜੀਵਨ ਜਿਹੜਾ ਹੈ ਉਹ ਢਾਲ ਕੇ, ਤੇ ਉਹਨਾਂ ਨੇ ਜਿਹੜੇ ਆਪਣੇ ਕੀਤੇ ਹੋਏ ਕੌਲ ਸੀ ਜਾਂ ਆਪਣਾ ਜਿਹੜੀ ਜ਼ਬਾਨ ਸੀ ਉਹ ਪਕਾ ਦਿੱਤੀ ਜੀ। ਧੋਖਾ ਦਿੱਤਾ ਉਹਨੂੰ ਸਾਡੇ ਲੀਡਰਾਂ ਨੇ ਜੀ, ਸਾਡੇ ਲੀਡਰ ਉਹਨਾਂ ਨੂੰ ਧੋਖਾ ਦੇ ਗਏ। ਕਿਹੜੇ ਲੀਡਰ ਸੀ? ਇਹ ਪਤਾ ਹੀ ਆ, ਸਾਰਿਆਂ ਨੂੰ ਪਤਾ ਜੀ। ਤੇ ਉਸ ਵਕਤ ਦੇ, ਕਿਉਂਕਿ ਜਿਹੜਾ ਧਰਮ ਯੁੱਧ ਮੋਰਚਾ ਸੀ ਅਕਸਰ ਲਾਇਆ ਕੀ ਨਹੀਂ ਸੀ, ਉਹ ਤੁਸੀਂ ਹਿਸਟਰੀ ਪੜ੍ਹੋ ਜੀ। ਤੇ ਬਸ ਗੱਲ ਇਹ ਸੀ ਵੀ ਸੰਤ ਆਪਣੇ ਸਟੈਂਡ ਤੇ ਖੜ ਗਏ ਤੇ ਲੀਡਰ ਭੱਜ ਗਏ ਜੀ। ਤੋਂ ਇਸ ਕਰਕੇ ਉਹ ਆਪਣਾ ਅੰਤ ਜਿਹੜਾ ਹੈਗਾ ਉਹ ਨਤੀਜਾ ਸਾਡੇ ਸਾਹਮਣੇ ਆਇਆ। ਪਰ ਬੜੀ ਬੇਦਰਦੀ ਦੇ ਨਾਲ, ਟੈਂਕਾਂ ਤੋਪਾਂ ਦੇ ਨਾਲ ਇੱਕ ਐਟਮੀ ਮੁਲਕ ਇੱਕ ਪਾਵਨ ਅਸਥਾਨ ਦੇ ਉੱਤੇ ਇਸ ਤਰੀਕੇ ਦੇ ਨਾਲ ਹਮਲਾ ਕਰੇ ਜੀ। ਤੋਂ ਅੱਜ ਵੀ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਨਸਲਾਂ ਵੀ ਨੇ, ਜਾਂ ਸਾਡੀ ਜਨਰੇਸ਼ਨ ਹੈ, ਜਾਂ ਸਾਡੇ ਤੋਂ ਬਾਅਦ ਦੇ ਬੱਚੇ ਨੇ, ਉਹ ਅਜੇ ਵੀ ਅੱਜ ਤੱਕ ਹੈਰਾਨ ਨੇ। ਚਲੋ ਉਸ ਵਕਤ ਦੇ ਲੋਕ ਜਿਨ੍ਹਾਂ ਨੇ ਚਸ਼ਮਦੀਦ ਗਵਾਹੀ ਦੇ ਵਿੱਚ ਇਹ ਸਾਰਾ ਕੁਝ ਦੇਖਿਆ, ਉਹਨਾਂ ਨੇ ਤਾਂ ਹੈਰਾਨ ਹੁੰਦੇ ਹੀ ਹੋਣਗੇ। ਅੱਜ ਵੀ ਹਿਸਟਰੀ ਦਾ ਇਹ ਪਾਰਟ ਬਣ ਗਿਆ ਜੀ ਕਿ ਐਡਾ ਸਿਸਟਮ ਸੀਗਾ। ਪਰ ਨਹੀਂ, ਅਸਲ ਵਿੱਚ ਜਿਹੜੀ ਤੁਸੀਂ ਸ਼ੁਰੂਆਤ ਵਿੱਚ ਗੱਲ ਕੀਤੀ ਆ, ਜਿੰਨਾ ਕੁ ਮੈਂ ਪੜ੍ਹਿਆ ਜੀ, ਇਹ ਅਸਲ ਦੇ ਵਿੱਚ ਹਮੇਸ਼ਾ ਹੀ ਜਿਹੜਾ ਦਿੱਲੀ ਦੇ ਇੱਕ ਪਾਲਿਸੀ ਰਹੀ ਹੈ
ਕਿ ਜਦੋਂ ਵੀ ਇਹਨਾਂ ਨੇ ਦਿੱਲੀ ਦੇ ਤਖਤ ਤੇ ਸਰਕਾਰ ਬਣਾਉਣੀ ਹੈ, ਕਬਜ਼ਾ ਕਰਨਾ ਹੈ, ਤਾਂ ਉੱਥੇ ਬਹੁ ਗਿਣਤੀ ਨੂੰ ਉਹਨਾਂ ਨੇ ਇਕਮੁੱਠ ਕਰਨਾ ਜੀ। ਤਾਂ ਉਹਦੇ ਲਈ ਮੈਨੂੰ ਲੱਗਦਾ ਕਿ ਉਹਨਾਂ ਨੇ ਉਸ ਵਕਤ ਸਾਨੂੰ ਨਿਸ਼ਾਨਾ ਬਣਾ ਕੇ ਤੇ ਆਪਣਾ ਉਹਨਾਂ ਨੇ ਬਹੁਮਤ ਜਿਹੜਾ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ 404 MP ਜਿਹੜਾ ਉਹਨਾਂ ਨੇ ਬਣਾਇਆ ਹਿਸਟਰੀ ਦੇ ਵਿੱਚ ਨਹੀਂ, ਉਹ ਸਾਨੂੰ ਬਦਨਾਮ ਕਰਕੇ ਸਿੱਖਾਂ ਨੂੰ ਜੀ। ਸੋ ਇਹ ਇੱਕ ਸਿਆਸਤ ਦੀ ਜਿਹੜੀ ਹੈ ਪੋਲਿਟਿਕਸ ਜਿਹੜੀ ਹੈ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬ ਦੀ ਵੀ ਪੋਲਿਟਿਕਸ ਸੀ ਤੇ ਉਧਰ ਦਿੱਲੀ ਦੀ ਪੋਲਿਟਿਕਸ ਸੀ, ਪਰ ਸੰਤ ਜਿਹੜੇ ਸੀਗੇ ਉਹ ਆਪਣੀ ਜਿਹੜੇ ਨੇ ਉਹ ਪੰਥ ਪ੍ਰਸਤੀ ਤੇ ਕੌਮ ਪ੍ਰਸਤੀ ਦੇ ਉੱਤੇ ਉਹਨਾਂ ਦਾ ਜੀਵਨ ਸੀ, ਉਹ ਟਿਕੇ ਰਹੇ ਔਰ ਉਹ ਅਖੀਰ ਤੱਕ ਉਹਨਾਂ ਨੇ ਆਪਣਾ ਨਿਭਾ ਦਿੱਤਾ। ਤਾਂ ਇਸੇ ਕਰਕੇ ਅੱਜ ਉਹਨਾਂ ਦਾ ਸਤਿਕਾਰ ਹੈ, ਇਸੇ ਕਰਕੇ ਅੱਜ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਵਿਕਦੀਆਂ ਨੇ। ਜਿਹੜੀ ਸੈਕਿੰਡ ਗੱਲ ਆ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸ਼ਹੀਦੀ ਤੋਂ ਬਾਅਦ ਜੀ ਲਗਾਤਾਰ ਕੌਮ ਦੇ ਵਿੱਚ ਨਿਰਾਸ਼ਾ ਪਸਰਦੀ ਗਈ ਕਈ ਕਾਰਨਾਂ ਕਰਕੇ। ਅੱਜ ਵੀ ਨਿਰਾਸ਼ਾ ਬਹੁਤ ਜ਼ਿਆਦਾ ਹੈਗੀ, ਚਾਹੇ ਧਾਰਮਿਕ ਤੌਰ ਤੇ ਵੀ ਆਪਾਂ ਗੱਲ ਕਰੀਏ, ਸਿਆਸੀ ਤੌਰ ਤੇ ਵੀ ਆਪਾਂ ਗੱਲ ਕਰੀਏ। ਤਾਂ ਸੰਤਾਂ ਦੇ ਸ਼ਹੀਦੀ ਤੋਂ ਬਾਅਦ ਹੁਣ ਤੱਕ ਵੀ ਸਿੱਖਾਂ ਨੂੰ ਕੋਈ ਜਿਹੜਾ ਉੱਚ ਪਾਏ ਦਾ ਲੀਡਰ ਨਹੀਂ ਮਿਲ ਪਾਇਆ, ਇਹਦੇ ਤੁਸੀਂ ਕੀ ਕੀ ਕਾਰਨ ਮੰਨਦੇ ਹੋ? ਇਹਦੇ ਕਾਰਨ ਜਿਹੜੇ ਨੇ, ਇਹਦਾ ਇੱਕ ਬੜਾ ਸਪਸ਼ਟ ਜਿਹਾ ਕਾਰਨ ਆ ਕਿ 84 ਜੂਨ ਤੋਂ ਬਾਅਦ ਨਵੰਬਰ ਦੇ ਵਿੱਚ ਜਿਹੜਾ ਸਿੱਖ ਕਤਲੇਆਮ ਹੁੰਦਾ ਜੀ, ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜਿਹੜੇ ਬੇਕਸੂਰ ਸਿੱਖ ਜਿਹੜੇ ਜਿਨ੍ਹਾਂ ਦਾ ਕਿਸੇ ਵੀ ਗੱਲ ਨਾਲ ਕੋਈ ਲਾਗਾ ਦੇਗਾ ਨਹੀਂ, ਇੱਕ ਆਮ ਸ਼ਹਿਰੀ ਦੀ ਤਰ੍ਹਾਂ ਚੰਗਾ ਜੀਵਨ ਜਿਹੜੇ ਨੇ ਵੱਖੋ ਵੱਖਰੇ ਸ਼ਹਿਰਾਂ 'ਚ ਜਿਉ ਰਹੇ ਸੀ, ਦਿੱਲੀ ਤੋਂ ਲੈ ਕੇ ਕਾਨਪੁਰ ਤੱਕ। ਕਦੇ ਤੁਸੀਂ ਉਹਨਾਂ ਦੀ ਹਿਸਟਰੀ ਪੜ੍ਹੋ, ਰੌਂਗਟੇ ਖੜੇ ਹੋ ਜਾਂਦੇ ਨੇ ਜੀ। ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ, ਬਜ਼ੁਰਗਾਂ ਨੂੰ ਮਾਰਿਆ ਗਿਆ, ਕਿਸ ਤਰ੍ਹਾਂ ਜੋ ਮੈਂ ਕਹਿੰਦਾ ਕਹਾਣੀ ਮੂੰਹ ਤੋਂ ਬਿਆਨ ਨਹੀਂ ਕੀਤੀ ਜਾ ਸਕਦੀ। ਜਿਹੜੇ ਪਰਿਵਾਰ ਅੱਜ ਵੀ ਬਿਆਨ ਕਰਦੇ ਨੇ ਤਾਂ ਮੈਨੂੰ ਨਹੀਂ ਲੱਗਦਾ ਕਿ ਸਿੱਖ ਉਹ ਗੱਲ ਨੂੰ ਉਹਦੇ ਅੰਦਰ ਹਜਮ ਹੁੰਦੀ ਹੈ ਜਾਂ ਉਹਨੂੰ ਸੁਣ ਸਕਦਾ ਜੀ। ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਦੌਰ ਚੱਲਦਾ ਜਿਹੜਾ ਝੂਠੇ ਮੁਕਾਬਲਿਆਂ ਦਾ ਜੀ। ਉਹਨਾਂ ਮੁਕਾਬਲਿਆਂ ਦੇ ਵਿੱਚ ਜੇ ਕਿਤੇ ਜਸਪਾਲ ਸਿੰਘ ਜੀ ਤੁਸੀਂ ਕਿਤੇ ਖੋਜ ਕਰੋ, ਚੰਗੇ ਪੱਤਰਕਾਰ ਹੋ ਜੀ, ਠੀਕ ਹੈ, ਇੱਕ ਤਾਂ ਉਹ ਜੁਝਾਰੂ ਲੋਕ ਸੀ ਜਿਹੜੇ ਸਿੱਧੇ ਮੁਕਾਬਲਾ ਕਰਕੇ ਸ਼ਹੀਦ ਹੋਏ ਜੀ। ਉਹ ਤਾਂ ਠੀਕ ਹੈ ਕਿ ਦਸਮ ਪਾਤਸ਼ਾਹ ਦੇ ਜਿਹੜੇ ਅਕੀਦਾ ਜਬ ਆਪ ਕੀ ਔਦ ਨਿਧਾਨ ਬਣਾਇਆ ਅਤਹੀ ਰਨ ਮੈਂ ਤਬ ਜੂਝ ਮਰੋ ਜੀ, ਮੁਕਾਬਲੇ ਵਿੱਚ ਕੋਈ ਸ਼ਹੀਦ ਹੋ ਗਿਆ, ਠੀਕ ਹੈ। ਪਰ ਜਿਹੜੇ ਬਿਨਾਂ ਕਸੂਰ ਤੋਂ, ਬਿਨਾਂ ਕਿਸੇ ਵਜ੍ਹਾ ਤੋਂ ਜੀ ਪਰਿਵਾਰਾਂ ਦੇ ਪਰਿਵਾਰ ਖਤਮ ਕੀਤੇ ਗਏ, ਨੌਜਵਾਨ ਜਿਹੜੇ ਨੇ ਚੱਕ ਕੇ ਖਤਮ ਕੀਤੇ, ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਇੰਜੀਨੀਅਰ, ਬਹੁਤ ਸਾਰੇ ਡਾਕਟਰ, ਬਹੁਤ ਸਾਰੇ ਵਕੀਲ ਜੀ। ਇੱਕ ਵਰਗ ਸੀ, ਇੱਕ ਥਿੰਕ ਟੈਂਕ ਲੋਕ ਸੀ ਇਹ, ਜਿਨ੍ਹਾਂ ਦੇ ਕੋਲ ਆਪਣੀ ਪੰਥ ਪ੍ਰਸਤੀ ਵੀ ਸੀ, ਜਿਨ੍ਹਾਂ ਦੇ ਕੋਲ ਪੰਜਾਬ ਪ੍ਰਸਤੀ ਵੀ ਸੀ ਜੀ। ਜੇ ਉਹ ਪੀੜ੍ਹੀ ਜਿਉਂਦੀ ਰਹਿੰਦੀ ਜਿਹੜੀ ਸਾਡੀ ਪੀੜ੍ਹੀ ਖਤਮ ਕੀਤੀ ਆ, ਮੈਂ ਤੁਹਾਨੂੰ ਲਿਖ ਕੇ ਦੇ ਦੇਣਾ ਕਿ ਅੱਜ ਜਿਹੜੇ ਨਲਾਇਕ ਲੀਡਰ ਸਾਡੇ ਗਲ ਪੈ ਗਏ, ਇਹਨਾਂ 'ਚੋਂ ਇੱਕ ਨਹੀਂ ਸੀ ਦੱਸਣਾ ਜੀ। ਉਹਨਾਂ ਦੇ ਅੰਦਰ ਇੱਕ ਲੀਡਿੰਗ ਕੁਆਲਿਟੀ ਸੀ, ਉਹਨਾਂ ਦੇ ਬੋਲ ਜਿਹੜੇ ਸੀ ਉਹ ਪ੍ਰਭਾਵਿਤ ਕਰਦੇ ਸੀ ਜੀ। ਉਹਨਾਂ ਨੇ ਕੋਈ ਹਥਿਆਰ ਤਾਂ ਚੱਕੇ ਨਹੀਂ ਸੀ ਹੋਏ। ਕਿੰਨੇ ਤੁਸੀਂ ਨੌਜਵਾਨਾਂ ਦੀ ਤੁਸੀਂ ਦੇਖ ਲਓ ਜਿਹੜੇ ਬਿਲਕੁਲ ਨਾ ਉਹਨਾਂ ਨੇ ਹਥਿਆਰ ਚੱਕੇ, ਨਾ ਉਹ ਮੂਵਮੈਂਟ ਦੇ ਵਿੱਚ ਪਤਾ ਹੀ ਨਹੀਂ, ਖੁਰਾ ਖੋਜੇ ਮਿਟਾ ਦਿੱਤਾ ਉਹਨਾਂ ਦਾ ਵੀ ਉਹ ਕਿੱਥੇ ਨੂੰ ਚਲੇ ਗਏ ਜੀ। ਬਹੁਤ ਸਾਰੇ ਅਜਿਹੇ ਜਿਨ੍ਹਾਂ ਨੂੰ ਮੈਂ ਵੀ ਖੁਦ ਜਾਣਦਾ ਉਹਨਾਂ ਪਰਿਵਾਰਾਂ ਨੂੰ। ਕਿਉਂਕਿ ਇਸ ਹਕੂਮਤ ਨੂੰ ਉਹਨਾਂ ਤੋਂ ਇਹ ਡਰ ਸੀ ਕਿ ਇਹਨਾਂ ਦੇ ਵਿੱਚ ਇੱਕ ਲੀਡਿੰਗ ਕੁਆਲਿਟੀ ਆ ਜੀ। ਜਿਹੜੀ ਤੁਸੀਂ ਨਿਰਾਸ਼ਾ ਦੀ ਗੱਲ ਕਹੀ, ਅਸਲ ਵਿੱਚ ਨਿਰਾਸ਼ਾ ਨਹੀਂ, ਜਿਹੜੀ ਇੱਕ ਸੋਚ ਜਿਹਨੇ ਲੀਡ ਕਰਨਾ ਸੀਗਾ ਬੜੇ ਚਤਰ ਤਰੀਕੇ ਦੇ ਨਾਲ ਜਿਹੜੀ ਆ ਉਹ ਸਾਡੀ ਇੱਕ ਪੀੜ੍ਹੀ ਨੂੰ ਜਿਹੜਾ ਉਹ ਖਤਮ ਕੀਤਾ ਜੀ। ਉਹਨੂੰ ਖਤਮ ਕਰਨ ਦੇ ਨਾਲ ਫਿਰ ਇੱਥੇ ਹੀ ਗੱਲ ਨਹੀਂ ਬਸ ਹੋਈ ਜੀ, ਉਹਨੂੰ ਖਤਮ ਕਰ ਦਿੱਤਾ ਬਿਲਕੁਲ 92-93 ਤੱਕ ਆ ਕੇ ਤੁਸੀਂ ਦੇਖ ਲਓ ਮਤਲਬ ਕਿਸ ਤਰ੍ਹਾਂ ਦੇ। ਉਸ ਤੋਂ ਬਾਅਦ ਫਿਰ ਇੱਕ ਲਚਰ ਗਾਇਕੀ ਦਾ ਅਖੌਤੀ ਸੱਭਿਆਚਾਰ ਜਿਹੜਾ ਮੈਂ ਸਮਝਦਾ ਕਿ ਇਹਨੂੰ ਤੁਸੀਂ ਸਰਕਾਰੀ ਸਾਜ਼ਿਸ਼ ਨਾਲ ਮਿਲਾ ਕੇ ਦੇਖਦੇ ਹੋ? ਬਿਲਕੁਲ ਜੀ, ਬਿਲਕੁਲ ਇੱਕ ਪਲਾਂਟ ਕੀਤਾ ਹੋਇਆ ਇਹ ਸਿਸਟਮ ਸੀ ਜਿਹੜਾ ਸਾਡੇ ਸਮਾਜ ਵਿੱਚ ਵੜਿਆ ਗਿਆ। ਪਿੰਡਾਂ 'ਚ ਖਾੜੇ ਲੱਗਣੇ ਸ਼ੁਰੂ ਹੋਏ ਜੀ। ਕਦੇ ਇਹ ਦੌਰ ਸੀਗਾ ਕਿ ਜੇ ਕੋਈ ਗੀਤ ਵੀ ਸੁਣ ਲੈਂਦਾ ਸੀ ਉਹਨੂੰ ਬੜਾ ਬੁਰਾ ਮਨਾਇਆ ਜਾਂਦਾ ਸੀ, ਲੋਕੀ ਗੱਲਾਂ ਕਰਦੇ ਸੀ ਫਲਾਣਾ ਗੀਤ ਸੁਣ ਰਿਹਾ ਸਮਾਜ ਦੇ ਵਿੱਚ ਸਾਡੇ ਜੀ। ਤੇ ਉਹ ਸੱਭਿਆਚਾਰ ਸਾਡੇ ਪਿੰਡਾਂ 'ਚ ਵਾੜਿਆ, ਪਿੰਡਾਂ ਦੇ ਵਿੱਚ ਪਹਿਲਾਂ ਖਾੜਿਆਂ ਦੇ ਰੂਪ ਵਿੱਚ ਵਾੜਿਆ, ਫਿਰ ਸਾਡੇ ਵਿਆਹਾਂ ਸ਼ਾਦੀਆਂ ਦੇ ਵਿੱਚ ਵਾੜਿਆ ਜੀ। ਜਦੋਂ ਸਾਡੇ ਵਿਆਹਾਂ ਦੇ ਵਿੱਚ ਉਹ ਤੂੰਬੀਆਂ ਵੱਜਣੀਆਂ ਸ਼ੁਰੂ ਹੋ ਗਈਆਂ, ਉਸ ਤੋਂ ਬਾਅਦ ਨੈਚੁਰਲੀ ਗੱਲ ਸੀ ਜੋ ਜੈਸੀ ਸੰਗਤ ਕਰੈ ਸੋ ਤੈਸੋ ਫਲ ਖਾਏ, ਉਹ ਤਾਂ ਫਿਰ ਕੁਦਰਤੀ ਗੱਲ ਹੈ ਜਿਹੋ ਜੀ ਸੰਗ। ਉਹਦਾ ਪ੍ਰਭਾਵ ਇਹ ਗਿਆ ਕਿ ਸਾਡੀ ਉਸ ਦੌਰ ਦੀ ਜਿਹੜੀ ਨੌਜਵਾਨੀ ਸੀ ਉਹਨੇ ਕੇਸ ਕਤਲ ਕਰਨੇ ਸ਼ੁਰੂ ਕਰਤੇ ਜੀ। ਕਦੇ ਇਹ ਜ਼ਮਾਨਾ ਮੈਂ ਆਪਣੀ ਅੱਖੀਂ ਦੇਖਿਆ ਕਿ ਜੇ ਇੱਕ ਪਰਿਵਾਰ ਦਾ ਬੱਚਾ ਕੇਸ ਕਤਲ ਕਰ ਦਿੰਦਾ ਸੀ ਨਾ, ਪਰਿਵਾਰ ਨੇ ਤਾਂ ਉਹਨੂੰ ਕੀ ਝੱਲਣਾ, ਉਹਨੂੰ ਸਾਰਾ ਪਿੰਡ ਨਹੀਂ ਸੀ ਚੱਲਦਾ ਹੁੰਦਾ ਜੀ। ਲੋਕੀ ਉਹਨੂੰ ਲਾਹਨਤਾਂ ਪਾਉਣ ਲੱਗ ਜਾਂਦੇ ਸੀ ਵੀ ਤੂੰ ਕੀ ਕੀਤਾ ਹੈ। ਬੇਸ਼ਰਮੀ ਦਾ ਮਾਰਾ ਕੇਸ ਕਟਾਉਣ ਵਾਲਾ ਕਦੇ ਪਿੰਡ 'ਚ ਨਹੀਂ ਸੀ ਜਾਂਦਾ, ਪਿੰਡ 'ਚ ਆਉਂਦਾ ਸੀ ਸਵੇਰੇ ਆ ਕੇ ਉੱਥੋਂ ਹੀ ਵਾਪਸ ਚੱਲ ਜਾਂਦਾ ਸੀ। ਪਰ ਹੌਲੀ ਹੌਲੀ ਸਾਡਾ ਸਮਾਜ ਜਿਹੜਾ ਉਹਨੇ ਪ੍ਰਵਾਨ ਕਰ ਲਿਆ ਤੇ ਉਹਦਾ ਸਾਨੂੰ ਨੁਕਸਾਨ ਇਹ ਹੋਇਆ ਕਿ ਇਹ ਪਤਤਪਣੇ ਦਾ ਇੱਕ ਦੌਰ ਜਿਹੜਾ ਸ਼ੁਰੂ ਹੋਇਆ
ਉਹ ਕੇਵਲ ਫਿਰ ਸਾਡੇ ਨੌਜਵਾਨਾਂ ਤੱਕ ਨਾ ਰਿਹਾ, ਇਹ ਸਾਡੀਆਂ ਸਿੱਖ ਸਮਾਜ ਦੀਆਂ ਬੀਬੀਆਂ ਤੱਕ ਵੀ ਆ ਗਿਆ ਜੀ, ਇਹ ਸਾਡੀਆਂ ਲੜਕੀਆਂ ਤੱਕ ਵੀ ਆ ਗਿਆ। ਔਰ ਉਹ ਦੌਰ ਐਸਾ ਚੱਲਦਾ ਗਿਆ ਉਹ ਅੱਜ ਤੱਕ ਜਿਹੜਾ ਰੂਪ ਇਹ ਵਟਾ ਰਿਹਾ ਔਰ ਉਹ ਆਪਣੀ ਭੈੜੀ ਤਸਵੀਰ ਪੈਦਾ ਕਰਦਾ ਜਾ ਰਿਹਾ, ਉਹਨੂੰ ਕਦੇ ਥੰਮਾ ਨਹੀਂ ਲੱਗਿਆ। ਉਸ ਤੋਂ ਬਾਅਦ ਇਹਦੇ ਨਾਲ ਇਹ ਨਸ਼ੇ ਆ ਗਏ ਔਰ ਨਸ਼ਿਆਂ ਦੇ ਵਿੱਚ ਅਜਿਹਾ ਭਿਆਨਕ ਨਸ਼ਾ ਆ ਗਿਆ ਜਿਹਨੂੰ ਚਿੱਟਾ ਕਹਿੰਦੇ ਨੇ, ਜਿਹੜਾ ਅਜਿਹਾ ਨਸ਼ਾ ਸੀ ਕਿ ਜਿਹੜਾ ਸਾਡੀ ਇੱਕ ਤਰ੍ਹਾਂ ਦੀ ਇੱਕ ਨਸਲਕੁਸ਼ੀ ਸੀ। ਤੁਸੀਂ ਇਹਨੂੰ ਮਿਲਾ ਕੇ ਦੇਖ ਸਕਦੇ ਹੋ ਕਿ ਜਿਸ ਤਰ੍ਹਾਂ ਇਹ ਸਾਡੇ ਨਸਲਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਟਾਇਰ ਪਾ ਕੇ ਸਾੜਨ ਦੇ ਨਾਲ, ਉਹ ਨਸ਼ਾ ਅਜਿਹਾ ਸੀ ਕਿ ਸਾਡੇ ਬੱਚਿਆਂ ਦੇ ਵਿੱਚ ਅੱਗੇ ਬੱਚੇ ਪੈਦਾ ਕਰਨ ਦੀ ਪੈਦਾਇਸ਼ ਜਿਹੜੀ ਉਹਦੀ ਸ਼ਕਤੀ ਸੀ ਉਹਨੂੰ ਖਤਮ ਕਰਦਾ ਸੀ ਜੀ। ਫਿਰ ਇਕੱਲੇ ਉਹ ਜਿਵੇਂ ਪਤਤਪਣੇ ਦੇ ਵਿੱਚ ਸਮਾਜ ਦੇ ਵਿੱਚ ਸਾਡੀਆਂ ਬੀਬੀਆਂ ਤੇ ਸਾਡੀਆਂ ਬੱਚੀਆਂ ਲਪੇਟੀਆਂ ਗਈਆਂ, ਇਸ ਨਸ਼ੇ ਨੇ ਵੀ ਸਾਡੀਆਂ ਬੱਚੀਆਂ ਨੂੰ ਲਪੇਟਿਆ ਜੀ। ਤੇ ਐਦੋਂ ਵੱਡੀ ਸ਼ਰਮ ਵਾਲੀ ਗੱਲ ਕੀ ਹੋ ਸਕਦੀ ਆ ਕਿ ਜਿਹੜੇ ਪੰਜਾਬ ਨੇ ਕਦੇ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਹੋਵੇ, ਜਿਹੜੇ ਪੰਜਾਬ ਨੇ ਕਦੇ ਖੇਤੀ ਦੇ ਵਿੱਚ ਯੋਗਦਾਨ ਪਾਇਆ ਹੋਵੇ, ਜਿਹੜੇ ਪੰਜਾਬ ਨੇ ਕਦੇ ਸ਼ਹਾਦਤਾਂ ਦੇ ਵਿੱਚ ਯੋਗਦਾਨ ਪਾਇਆ ਹੋਵੇ, ਜਿਹੜੇ ਪੰਜਾਬ ਨੂੰ ਕਦੇ ਪ੍ਰੋਫੈਸਰ ਪੂਰਨ ਸਿੰਘ ਵਰਗੇ ਵਿਦਵਾਨਾਂ ਨੇ ਕਿਹਾ ਕਿ ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਉਹ ਪੰਜਾਬ ਦੇ ਉੱਤੇ ਫਿਲਮਾਂ ਬਣੀਆਂ ਨਸ਼ਿਆਂ ਦੇ ਨਾਂ ਦੀਆਂ। ਅਸੀਂ ਪੂਰੀ ਦੁਨੀਆ ਦੇ ਨਕਸ਼ੇ ਤੇ ਇੱਕ ਸਾਡੀ ਬਦਨਾਮੀ ਵਾਲੀ ਜਿਹੜੀ ਸੂਰਤ ਪੈਦਾ ਹੋ ਗਈ, ਉਹਦੇ ਨਾਲ ਹੀ ਗੈਂਗਸਟਰ ਪੈਦਾ ਹੋ ਗਏ, ਸਾਡੇ ਬੱਚੇ ਇੱਕ ਦੂਜੇ ਦੇ ਵੈਰੀ ਬਣ ਗਏ, ਕਦੇ ਉਹ ਫੇਰ ਪੁਲਿਸ ਦਾ ਸ਼ਿਕਾਰ ਹੋਣ ਲੱਗ ਗਏ। ਉਹਦੇ ਨਾਲ ਹੀ ਇੱਕ ਦੌਰ ਹੋਰ ਚੱਲਿਆ ਕਿ ਜਦੋਂ ਫਿਰ ਜਿਹੜੇ ਸਾਡੇ ਆਮ ਸਿੱਖ ਪਰਿਵਾਰਾਂ ਦੇ ਲੋਕ ਸੀ, ਬੇਰੁਜ਼ਗਾਰੀ ਇੱਕ ਪਾਸੇ, ਨਸ਼ੇ, ਲੜਾਈਆਂ, ਝਗੜੇ ਇੱਕ ਪਾਸੇ, ਤੇ ਉਸ ਤੋਂ ਬਾਅਦ ਫਿਰ ਇੱਕ ਦੌਰ ਜਿਹੜਾ ਇਹ ਪਲਾਨ ਕਰਨ ਦਾ ਜਿਹੜਾ ਚੱਲਿਆ ਕਿ ਸਾਡੇ ਜਿਹੜੀ ਪੀੜ੍ਹੀ ਹੈ, ਜਿਹੜੀ ਅੱਜ ਦੀ ਪੀੜ੍ਹੀ ਮੈਂ ਕਹਿ ਸਕਦਾ ਕਿ ਉਹ ਇੱਕਦਮ ਅਮਰੀਕਾ, ਕੈਨੇਡਾ, ਆਸਟ੍ਰੇਲੀਆ ਨੂੰ ਤੜ ਆਈਲੈਟਸ ਸੈਂਟਰ ਖੁੱਲ੍ਹ ਗਏ। ਤੇ ਆਹ ਦੇਖੋ ਹੁਣ ਤੁਸੀਂ ਕਰੋਨਾ ਵਾਇਰਸ ਆਇਆ, ਅੱਜ ਕਰੋਨਾ ਵਾਇਰਸ ਦੇ ਵਿੱਚ ਪਤਾ ਲੱਗਿਆ ਕਿ ਕਿੰਨਾ ਕੁ ਬਿਹਾਰੀ ਇੱਥੇ ਬੈਠਾ ਸਾਡੇ ਕੋਲ ਆਇਆ ਜੀ, ਤੇ ਉੱਤਰ ਪ੍ਰਦੇਸ਼ ਦੇ ਲੋਕ ਕਿੰਨੇ ਕੁ ਆ ਕੇ ਬੈਠੇ ਆ। ਅਸੀਂ ਖਾਲੀ ਕਰਕੇ ਬਾਹਰ ਨੂੰ ਜਾਣ ਲੱਗੇ, ਉਹ ਲੋਕ ਆ ਕੇ ਇੱਥੇ ਕਬਜ਼ਾ ਕਰਕੇ ਬਹਿ ਗਏ ਤੇ ਅੱਜ 35% ਉਹਨਾਂ ਦੀ ਗਿਣਤੀ ਪਹੁੰਚ ਗਈ। ਉਹਨਾਂ ਤੋਂ ਬਿਨਾਂ ਅੱਜ ਸਰਕਾਰ ਨਹੀਂ ਬਣ ਸਕਦੀ, ਕਿਸੇ ਕੋ ਸੋਚ ਨਹੀਂ ਸਕਦਾ ਹੈਗਾ। ਇਹ ਸਾਡਾ ਇਹ ਟੋਟਲੀ ਇੱਕ ਮਤਲਬ ਜਿਹੜਾ ਇਹ ਸਾਨੂੰ ਮੈਂ ਸਮਝਦਾ ਕਿ ਇਹ ਗੱਲ ਰੁਕੀ ਨਹੀਂ। ਇਹ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਸਿੱਧਾ ਹੀ ਕਹੋ ਕਿ ਉਹ ਸਾਡੇ ਤੇ ਜਿਹੜਾ ਜੂਨ 84 ਦਾ ਰਣਭੂਮੀ ਦਾ ਹਮਲਾ ਸੀ, ਇਹ ਸਾਡੇ ਤੇ ਮਨਭੂਮੀ ਦੇ ਹਮਲੇ ਸੀ। ਮਾਨਸਿਕ ਤੌਰ ਤੇ, ਬੌਧਿਕ ਤੌਰ ਤੇ ਸਾਡੇ ਤੇ ਇਹ ਹਮਲੇ ਖਤਮ। ਇੱਕ ਦੌਰ ਉਹ ਵੀ ਚੱਲਿਆ ਸੀ, ਜਿਵੇਂ ਤੁਸੀਂ ਸਿੰਗਰਾਂ ਦੀ ਸੱਭਿਆਚਾਰ ਦੀ ਗੱਲ ਕੀਤੀ, ਤਾਂ ਇੱਥੇ ਪਤਾ ਨਹੀਂ ਹੁਣ ਇਹ ਵੀ ਸਾਜ਼ਿਸ਼ ਤੁਸੀਂ ਇਹਨੂੰ ਕਿਵੇਂ ਲੈਂਦੇ ਹੋ, ਜਿਵੇਂ ਜੱਗੇ ਡਾਕੂ ਵਰਗੇ ਕਰੈਕਟਰ ਇੱਥੇ ਪੈਦਾ ਕਰਤੇ, ਜਿਉਣੇ ਮੋੜ ਵਰਗੇ। ਉੱਥੇ ਗੱਲ ਤਾਂ ਪੰਜਾਬ ਦੇ ਵਿੱਚ ਹਰੀ ਸਿੰਘ ਨਲੂਏ ਹੋਣਾ ਦੀ ਚੱਲਣੀ ਚਾਹੀਦੀ ਸੀ, ਬਾਬਾ ਬੰਦਾ ਸਿੰਘ ਬਹਾਦਰ ਦੀ ਚੱਲਣੀ ਚਾਹੀਦੀ ਸੀ, ਪਰ ਉਹ ਨਹੀਂ ਚੱਲੀ। ਉਦੋਂ ਵੱਧ ਜਿਹੜਾ ਮਾਣ ਸਤਿਕਾਰ ਇਹਨਾਂ ਦੇ ਗੀਤਾਂ ਦੇ ਵਿੱਚ ਆਉਣ ਲੱਗ ਪਿਆ। ਤੁਸੀਂ ਇਹ ਚੀਜ਼ ਨੂੰ ਕਿਵੇਂ ਮੰਨਦੇ ਹੋ? ਜੱਗੇ ਡਾਕੂ ਨਹੀਂ ਤਾਂ ਚਲੋ ਫੇਰ ਵੀ ਕੋਈ ਉਹਨਾਂ ਨੇ ਚੰਗੇ ਕੰਮ ਵੀ ਕਰੇ ਹੋਣਗੇ। ਇੱਥੇ ਤਾਂ ਰਾਂਝੇ ਹੀਰ ਦੀਆਂ ਕਹਾਣੀਆਂ ਜਿਹੜੀਆਂ ਨੇ ਲਾ ਦਿੱਤੀਆਂ ਜੀ, ਜਿਹੜੀਆਂ ਟੋਟਲੀ ਸਾਡੇ ਕਰੈਕਟਰ ਨੂੰ ਮਤਲਬ ਆਪਣੀ ਸੱਭਿਅਤਾ ਤੋਂ ਦੂਰ ਲੈ ਕੇ ਜਾ ਰਹੀਆਂ ਸੀ ਜੀ। ਤੁਸੀਂ ਆਪ ਪੜ੍ਹਿਆ ਕਲੈਕਟਿਵ ਪੰਜਾਬੀ, ਦੂਜੀ ਪੰਜਾਬੀ, ਮੈਂ ਵੀ ਪੜ੍ਹੀਆਂ। ਉਹਨਾਂ ਦੇ ਵਿੱਚ ਸਾਨੂੰ ਉਹਨਾਂ ਦੇ ਲੇਖ ਲਿਖਣੇ ਪੈਂਦੇ ਸੀ, ਉਹਨਾਂ ਦੇ ਸਾਨੂੰ ਨੰਬਰ ਜੁੜਦੇ ਸੀ, ਸਾਡੇ ਬੱਚਿਆਂ ਦੀ ਮਾਨਸਿਕਤਾ ਦੇ ਵਿੱਚ ਜਿਹੜੀ ਆ ਉਹ ਚੀਜ਼ ਭਰ ਦਿੱਤੀ ਗਈ ਜੀ। ਸੋ ਇਹ ਬਿਲਕੁਲ ਚਾਹੀਦਾ ਕੀ ਸੀ ਇੱਥੇ। ਮੈਂ ਕਹਿੰਦਾ ਦੇਖੋ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਤੇ ਮਾਂ ਗੁਜਰ ਕੌਰ ਤੋਂ ਵੱਡਾ ਕਰੈਕਟਰ ਕਿਹਦਾ ਹੋ ਸਕਦਾ ਜੇ ਤੁਸੀਂ ਸਮਾਜ ਨੂੰ ਸੁਧਾਰਨਾ। ਉਹਨਾਂ ਦੀ ਕੁਰਬਾਨੀ ਤੋਂ ਵੱਡਾ ਕਰੈਕਟਰ ਕੌਣ ਦੇ ਸਕਦਾ? ਕੋਈ ਨਹੀਂ ਦੇ ਸਕਦਾ। ਮੈਂ ਕਹਿੰਦਾ ਛੱਡ ਦਿਓ ਤੁਸੀਂ ਗੱਲਾਂ, ਬਾਕੀ ਜਰਨੈਲਾਂ ਦੀਆਂ ਵੀ ਛੱਡ ਦਿਓ। ਹਾਂਜੀ। ਤੇ ਇਸ ਤੋਂ ਵੱਡਾ ਸਿੱਖਿਆ ਕੀ ਹੋ ਸਕਦੀ ਹੈ ਜੀ? ਪਰ ਮਤਲਬ ਮੈਂ ਸਮਝਦਾ ਕਿ ਨਹੀਂ, ਇਸ ਪਾਸਿਓਂ ਤੇ ਫਿਰ ਗੱਲ ਹੁਣ ਕਰਾਂਗੇ ਤੇ ਗੱਲ ਆਊਗੀ ਜੀ ਅਖੇ ਅਸੀਂ ਇਲਜ਼ਾਮ ਤਰਾਸ਼ੀ ਕਰਦੇ। ਜ਼ਿੰਮੇਵਾਰੀ ਕਿਹਦੀ ਸੀ ਜੀ? ਸਭ ਤੋਂ ਵੱਡੀ ਸੰਸਥਾ ਕਿਹੜੀ ਸੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ ਸਾਹਿਬ ਜੀ। ਤੇ ਕਿੱਥੇ ਗਏ ਉਹਨਾਂ ਨੇ? ਜਿੰਨਾ ਦੌਰ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ, ਇੰਨੇ ਦੌਰ ਦੇ ਵਿੱਚ ਤੁਹਾਨੂੰ 84 ਤੇ ਤਾਂ ਰਾਜਨੀਤੀ ਕਰ ਲੈਣਗੇ ਮੁੜ ਮੁੜ ਕੇ ਅੱਜ ਤੱਕ ਵੀ ਕਰੀ ਜਾਂਦੇ ਨੇ, ਅੱਜ ਵੀ ਪੋਸਟਾਂ ਪਾ ਰਹੇ ਨੇ, ਤੇ ਕਦੇ ਆਹ ਗੱਲ ਨਹੀਂ ਕਰਨਗੇ ਵੀ ਇਸ ਚੀਜ਼ ਨੂੰ ਕਿਹਨੇ ਰੋਕਣਾ ਸੀ। ਇਹਦੇ ਵਿੱਚ ਇੱਕ ਡੇਰਾਬਾਦ ਦਾ ਦੌਰ ਸ਼ੁਰੂ ਹੋਇਆ। ਇੱਥੇ ਭਨਿਆਰਾ ਤੇ ਸਿਰਸੇ ਵਰਗੇ ਸਾਡੇ ਦੁਸ਼ਮਣ ਬਣ ਕੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਪਾੜਿਆ ਤੇ ਖਿਲਾਰਿਆ। ਇੱਕ ਵਾਰੀ ਭਨਿਆਰੇ ਨੇ 2000 ਚ ਤੇ 2015 ਦੇ ਵਿੱਚ ਆ ਕੇ ਸਿਰਸੇ ਵਾਲੇ ਨੇ ਜੀ। ਤੇ ਉਹ ਸਾਡਾ ਮਾਨਸਿਕ ਹਮਲਾ ਸੀ। ਤੁਸੀਂ ਇਹ ਕਹੋ ਕਿ ਸਿੱਖ ਮਾਰੇ 1984 ਚ ਜੀ, ਸਿੱਖ ਮਾਰੇ ਉੱਥੇ, ਤੇ ਸਿੱਖੀ ਮਾਰੀ 2015 ਚ। ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਪਾੜਿਆ, ਬਿਨਾਂ ਮੰਗੇ ਤੋਂ ਸਿਰਸੇ ਵਾਲੇ ਨੂੰ ਮਾਫੀ ਦਿੱਤੀ, ਤੇ ਇੱਕ ਸਦੀ ਬਾਅਦ ਇੱਕ ਜਲਿਆਂਵਾਲੇ ਬਾਗ ਦਾ ਸਾਕਾ ਜਿਹੜਾ ਤਕਰੀਬਨ ਉਹਦੇ ਨਾਲ ਮਿਲਦੀ ਜੁਲਦੀ ਜਿਹੜੀ ਤਸਵੀਰ ਹੈ ਉਹ ਪੇਸ਼ ਕੀਤੀ ਬਰਗਾੜੀ ਕਾਂਡ ਦੇ ਵਿੱਚ। ਪਰ ਸਭ ਤੋਂ ਵੱਡਾ ਦਿਖਾਂਤ ਸਾਨੂੰ ਇਹ ਕਹਿਣਾ ਪੈਂਦਾ ਕਿ ਜਿਹੜੀ ਹਕੂਮਤ ਨੇ ਅਕਾਲ ਤਖਤ ਸਾਹਿਬ ਢਾਇਆ, ਜਿਹੜੀ ਹਕੂਮਤ ਨੇ ਉੱਥੇ ਨਿਹੱਥੇ ਸ਼ਰਧਾਲੂ ਮਾਰੇ,
ਉਹਨੂੰ ਅਸੀਂ ਅੱਜ ਤੱਕ ਆਪਣੀ ਦੁਸ਼ਮਣ ਜਮਾਤ ਕਹਿ ਕੇ ਅਸੀਂ ਨਖੇੜਾ ਕਰ ਲਿਆ ਸੀ ਉਹਦੇ ਨਾਲੋਂ, ਪਰ ਜਿਨ੍ਹਾਂ ਨੇ ਬਰਗਾੜੀ ਕੀਤਾ ਉਹਨਾਂ ਦੇ ਸਿਰਾਂ ਤੇ ਨੀਲੀਆਂ ਪੱਗਾਂ ਬੰਨੀਆਂ ਹੋਈਆਂ ਸੀ ਜੀ। ਇਸ ਕਰਕੇ ਉਹ ਜਿੰਨੇ ਮਰਜ਼ੀ ਡਰਾਮੇ ਕਰਨ ਉਹਨਾਂ ਨੂੰ ਕੌਮ ਕਦੇ ਮਾਫ ਨਹੀਂ ਕਰੂਗੀ, ਇਹ ਮੈਂ ਦਾਅਵੇ ਨਾਲ ਕਹਿ ਸਕਦਾ। ਇੰਦਰਾ ਗਾਂਧੀ ਨੇ ਅਕਾਲ ਤਖਤ ਢਾਇਆ ਟੈਂਕਾਂ ਦੇ ਤੋਪਾਂ ਦੇ ਨਾਲ, ਸਾਰੇ ਮੰਨਦੇ ਆ। ਜਿਹੜਾ ਮੌਜੂਦਾ ਦੌਰ ਦੇ ਵਿੱਚ ਅਕਾਲ ਤਖਤ ਦੇ ਹੁਕਮਨਾਮਿਆਂ ਦੀ ਜਿਹੜੀ ਦੁਰਵਰਤੋਂ ਹੋ ਰਹੀ ਹੈ ਜਾਂ ਅਕਾਲ ਤਖਤ ਦੀ ਬੇਕਦਰੀ, ਕਿਉਂਕਿ ਪਰਵਾਹ ਨਹੀਂ ਕਰਦਾ ਅਕਾਲ ਤਖਤ ਦੀ, ਤੁਸੀਂ ਮੰਨਦੇ ਹੋ ਕਿ ਅਕਾਲ ਤਖਤ ਹੁਣ ਫਿਰ ਸਿੱਖਾਂ ਵੱਲੋਂ ਹੀ ਢਾਇਆ ਜਾ ਰਿਹਾ ਕਿਤੇ ਨਾ ਕਿਤੇ? ਬਿਲਕੁਲ ਨਹੀਂ ਸਿੱਖਾਂ ਵੱਲੋਂ ਢਾਇਆ ਜਾ ਰਿਹਾ, ਸਿੱਖ ਬਲਕਿ ਸੁਚੇਤ ਹੋ ਗਏ। ਸਿੱਖਾਂ ਦੀ ਇਸ ਸੁਚੇਤਤਾ ਦੇ ਵਿੱਚੋਂ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਨਾ ਕੋਈ ਨਵੀਂ ਰੂਪ ਰੇਖਾ ਅਕਾਲ ਤਖਤ ਨੂੰ ਮਿਲੂਗੀ ਜੀ। ਅਕਾਲ ਤਖਤ ਉਦੋਂ ਢਾਇਆ ਜਾ ਰਿਹਾ ਸੀ, ਦੇਖੋ ਹਰਿਆਣੇ ਦੇ ਸਿੱਖ ਕਹਿੰਦੇ ਵੀ ਅਸੀਂ ਵੱਖਰੀ ਕਮੇਟੀ ਬਣਾਉਣੀ ਹੈ ਜੀ, ਤੇ ਰਾਤੋਂ ਰਾਤ ਚੰਡੀਗੜ੍ਹ ਤੋਂ ਹੁਕਮ ਜਾਂਦਾ ਇਹਨਾਂ ਨੂੰ ਛੇਕ ਦਿਓ ਜੀ, ਤੇ ਉਹ ਝਿੰਡਾ ਤੇ ਨਲਵੀ ਦੋਨੇ ਸਿੱਖ ਛੇਕ ਤੇ ਕੀ ਗੱਲ, ਕੀ ਕਸੂਰ ਆ ਉਹਨਾਂ ਦਾ? ਜੇ ਉਹਨਾਂ ਨੇ ਕਹਿੰਦਾ ਵੱਖਰੀ ਕਮੇਟੀ ਬਣਾਉਣੀ ਹੈ, ਦਿੱਲੀ 'ਚ ਤੁਹਾਡੀ ਵੱਖਰੀ ਕਮੇਟੀ ਨਹੀਂ ਹੈਗੀ, ਪਟਨਾ ਸਾਹਿਬ 'ਚ ਵੱਖਰੀ ਕਮੇਟੀ ਨਹੀਂ ਹੈਗੀ, ਹਜੂਰ ਸਾਹਿਬ 'ਚ ਵੱਖਰੀ ਕਮੇਟੀ ਨਹੀਂ ਹੈਗੀ ਜੀ, ਪਾਕਿਸਤਾਨ 'ਚ ਵੱਖਰੀ ਕਮੇਟੀ ਨਹੀਂ, ਬਿਲਕੁਲ ਹੈ ਤੇ ਪੌਂਟਾ ਸਾਹਿਬ ਵੱਖਰੀ ਕਮੇਟੀ ਨਹੀਂ। ਜੀ। ਜੇ ਉਹਨਾਂ ਨੇ ਕਿਹਾ ਵੱਖਰੀ ਕਮੇਟੀ ਬਣਾਉਣ ਨੂੰ, ਪੰਥ 'ਚੋਂ ਛੇਕ ਦੋ, ਕਿਉਂ? ਵੀ ਸਿਰਫ ਸਾਡੇ ਕੋਲ ਜਿਹੜੀਆਂ ਕਿਤੇ ਗੋਲਕਾਂ ਨਾ ਉੱਥੇ ਦੀਆਂ ਚਲੀਆਂ ਜਾਣ। ਜਦੋਂ ਅਜਿਹੇ ਜਿਹੜੇ ਫੈਸਲੇ ਅਕਾਲ ਤਖਤ ਨੇ ਕੀਤੇ, ਅਕਾਲ ਤਖਤ ਤੋਂ ਉਦੋਂ ਸਿੱਖਾਂ ਦਾ ਵਿਸ਼ਵਾਸ ਉੱਠਦਾ ਜਾ ਰਿਹਾ ਸੀ ਜੀ। ਪਰਦੇ ਦੇ ਪਿੱਛੇ ਜੋ ਇੱਕ ਹੋ ਰਿਹਾ ਸੀ, ਫਿਰ ਵੀ ਸਿੱਖ ਅਕਾਲ ਤਖਤ ਦੀ ਪ੍ਰਭੂ ਸੱਤਾ ਦੇ ਅੱਗੇ ਆਪਣਾ ਸਿਰ ਨੀਵਾਂ ਕਰ ਦਿੰਦੇ ਸੀ ਵੀ ਚਲੋ ਭਾਵੇਂ ਪਤਾ ਤਾਂ ਹੈ ਕਿ ਫੈਸਲੇ ਦੇ ਪਿੱਛੇ ਕੌਣ ਆ, ਜੀ, ਪਰ ਫਿਰ ਵੀ ਸਿਰ ਨਿਭਾਉਂਦੇ ਸੀ। ਪਰ ਜਿਸ ਦਿਨ ਸਰਸੇ ਵਾਲੇ ਨੂੰ ਬਿਨਾਂ ਮੰਗੇ ਤੋਂ ਮਾਫੀ ਦਿੱਤੀ, ਉਦੋਂ ਫਿਰ ਕੌਮ ਜਿਹੜੀ ਹੈ ਪੂਰੀ ਤਰ੍ਹਾਂ ਜਾਗ ਵੀ ਪਈ ਤੇ ਇਹ ਪਾਪ ਦਾ ਪਰਦਾ ਜਿਹੜਾ ਉਹ ਵੀ ਉਜਾਗਰ ਹੋ ਗਿਆ ਜੀ। ਤੇ ਹੁਣ ਕੋਈ ਹੁਕਮ ਅੰਦਰੋਂ ਦਵੇ ਚਾਹੇ ਬਾਹਰੋਂ ਦਵੇ, ਇਸ ਕਰਕੇ ਉਹ ਚੱਲਦਾ ਨਹੀਂ। ਅੱਜ ਅਕਾਲ ਤਖਤ ਦੀ ਹਾਲਾਤ ਇਹ ਤੁਸੀਂ ਸੋਚ ਸਕਦੇ ਹੋ ਵੀ ਇੱਕ ਪ੍ਰਚਾਰਕ ਜਿਹੜਾ ਕੱਲ ਦਾ ਜੰਮਿਆ ਜਵਾਕ ਉਹ ਲਲਕਾਰ ਮਾਰੇ ਅਕਾਲ ਤਖਤ ਨੂੰ ਜੀ। ਠੀਕ ਹੈ, ਕਿਹਨਾਂ ਦਾ ਜ਼ਿਕਰ ਕਰ? ਮੈਂ ਜ਼ਿਕਰ ਕਿਸੇ ਦਾ ਨਹੀਂ ਕੀਤਾ, ਸਭ ਨੂੰ ਤੁਹਾਨੂੰ ਪਤਾ। ਤੇ ਉਹ ਲਲਕਾਰ ਮਾਰੇ, ਹੋਰ ਬਥੇਰੇ ਲਲਕਾਰ ਮਾਰਦੇ ਨੇ, ਤੇ ਅਕਾਲ ਤਖਤ ਦੇ ਜਹੇਦਾਰ ਦੇ ਲੱਤਾਂ 'ਚ ਇਹ ਵੀ ਜਾਨ ਨਹੀਂ, ਤੇ ਉਹ ਕਮੇਟੀਆਂ ਬਣਾ ਕੇ ਜਾਂ ਇਸ ਤਰੀਕੇ ਦੇ ਨਾਲ ਉਹਨੂੰ ਗੱਲ ਨੂੰ ਮਾਮਲਾ ਜਿਹੜਾ ਹੈਗਾ ਠੰਡੇ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਜੀ। ਇਹ ਇਸ ਤੋਂ ਵੱਡੀ ਹੋਰ ਤੁਸੀਂ ਹਾਸੋਹੀਣੀ ਸਥਿਤੀ ਕੀ ਸੋਚ ਸਕਦੇ ਹੋ ਅਕਾਲ ਤਖਤ ਦੀ? ਬਾਬਾ ਜੀ, ਬਰਗਾੜੀ ਮੋਰਚੇ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਜਾਂ ਸਿੱਖਾਂ ਵੱਲੋਂ ਬਹੁਤ ਹੱਦ ਤੱਕ ਦੋਸ਼ ਲਾਏ ਜਾਂਦੇ ਆ। ਜਿਹੜੇ ਲੀਡਰ ਉੱਥੇ ਬੈਠੇ ਸੀ, ਭਾਈ ਧਿਆਨ ਸਿੰਘ ਮੰਡ ਹੁਣੀ, ਬਾਬਾ ਬਲਜੀਤ ਸਿੰਘ ਦਾਦੂਵਾਲ ਜਾਂ ਹੋਰ ਵੀ, ਉੱਥੇ ਇਹਨਾਂ ਦੇ ਅਕਸਰ ਇਲਜ਼ਾਮ ਤਰਾਸ਼ੀ ਕੀਤੀ ਜਾਂਦੀ ਕਿ ਇਹਨਾਂ ਨੇ ਮੋਰਚਾ ਖਤਮ ਕਰ ਦਿੱਤਾ। ਲੇਕਿਨ ਸ਼੍ਰੋਮਣੀ ਕਮੇਟੀ ਵੀ ਇੱਕ ਵੱਡੀ ਧਿਰ ਸੀ ਉਸ ਸਮੇਂ, ਅਕਾਲ ਤਖਤ ਤੋਂ ਵੀ ਵੱਡੀ ਧਿਰ ਸੀ ਉਸ ਸਮੇਂ, ਤਾਂ ਤੁਸੀਂ ਇਹਨਾਂ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ? ਦੇਖੋ, ਮੈਂ ਇੱਕ ਗੱਲ ਕਹਿਣਾ, ਮੈਂ ਕਦੇ ਵੀ ਇਸ ਤਰ੍ਹਾਂ ਸਿੱਧੀ ਇਲਜ਼ਾਮ ਤਰਾਸ਼ੀ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਜੀ। ਜਿਨ੍ਹਾਂ ਨੂੰ ਇਹ ਇਤਰਾਜ਼ ਹੈ ਕਿ ਇਹਨਾਂ ਨੇ ਮੋਰਚਾ ਜਿਹੜਾ ਇਸ ਤਰੀਕੇ ਨਾਲ ਫੇਲ ਕਰਤਾ, ਚੱਕਤਾ, ਤਾਂ ਫਿਰ ਉਹਨਾਂ ਨੂੰ ਲਾ ਲੈਣਾ ਚਾਹੀਦਾ ਜੀ, ਬਜਾਏ ਇਸ ਦੇ ਕਿ ਉਹਨਾਂ ਨੂੰ ਭੰਡਣ ਦੇ ਜੋ ਗਲਤ ਕਰ ਗਏ। ਦੇਖੋ, ਹੁਣ ਗੁਰਬਖਸ਼ ਸਿੰਘ ਬੈਠਾ ਸੀ ਜੀ, ਤੇ ਉਹਦੇ ਬਾਰੇ ਬੜੀਆਂ ਗੱਲਾਂ ਬਾਹਰ ਆਈਆਂ, ਪਰ ਅੱਜ ਤੱਕ ਗੁਰਪ੍ਰੀਤ ਸਿੰਘ ਦੀ ਜ਼ੁਬਾਨ ਤੋਂ ਤੁਸੀਂ ਕਦੇ ਵੀ ਨਾ ਕਿਸੇ ਨੇ ਸੁਣਿਆ ਹੋਊਗਾ ਸਿੱਖ ਨੇ, ਤੇ ਨਾ ਕਦੇ ਸੁਣੂਗਾ ਜੀ। ਭਾਵੇਂ ਮੈਨੂੰ ਕੁਝ ਗੱਲਾਂ ਦਾ ਪਤਾ ਵੀ ਹੈ, ਪਰ ਮੈਂ ਉਹਨੂੰ ਪੋਜ਼ਿਟਿਵਲੀ ਇਹ ਦੇਖਦਾ ਸੀ ਵੀ ਕਮ ਸੇ ਕਮ ਉਹਦੇ ਬੈਠਣ ਦੇ ਨਾਲ 25-25 ਸਾਲ ਬਾਅਦ ਜਿਹੜੀਆਂ ਸਿੱਖਾਂ ਨੂੰ ਪਰੋਲਾਂ ਮਿਲੀਆਂ ਨੇ ਜੀ। ਸੋ ਇਸ ਕਰਕੇ ਮੇਰਾ ਇਹ ਮੰਨਣਾ ਕਿ ਸਾਨੂੰ ਬਜਾਏ ਇਸ ਦੇ ਕਿ ਕਿਸੇ ਤੋਂ ਭੰਡਣ ਦੀ ਬਜਾਏ, ਜੇ ਲੱਗਦਾ ਕਿ ਉਹਨਾਂ ਨੇ ਗਲਤ ਕੀਤਾ, ਫਿਰ ਤੁਹਾਨੂੰ ਚੱਕ ਲੈਣਾ ਚਾਹੀਦਾ ਉੱਥੋਂ, ਤੁਹਾਨੂੰ ਸਮਾਨ, ਤੇ ਤੁਸੀਂ ਬਹਿ ਜਾਓ ਉੱਥੇ ਜਾ ਕੇ ਜੀ। ਕੌਮ ਹੈ ਤਾਂ ਸਾਥ ਦੇ ਹੀ ਦੇਣਾ। ਦੂਸਰੀ ਗੱਲ ਇਹ ਆ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਤੁਸੀਂ ਸਵਾਲ ਕੀਤਾ ਜੀ, ਮੈਂ ਇਸ ਹਾਊਸ ਦਾ ਮੈਂਬਰ ਹਾਂ, 2011 ਦੇ ਵਿੱਚ ਚੁਣਿਆ ਗਿਆ ਜੀ। ਸ਼੍ਰੋਮਣੀ ਕਮੇਟੀ ਦੇ ਲਈ ਇੱਕ ਕਾਲਾ ਇਤਿਹਾਸਕ ਦਿਨ ਸੀ ਜਦੋਂ ਰਾਮ ਰਹੀਮ ਨੂੰ ਬਿਨਾਂ ਮੰਗੇ ਤੋਂ ਮਾਫੀ ਦਿੱਤੀ ਗਈ ਜੀ। ਉਸ ਮਾਫੀ ਨੂੰ ਜਸਟੀਫਾਈ ਕਰਾਉਣ ਵਾਸਤੇ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਮੀਟਿੰਗ ਸੱਦੀ ਗਈ ਨਵੇਂ ਤੇ ਪੁਰਾਣੇ ਮੈਂਬਰਾਂ ਦੀ। ਅੱਛਾ ਜੀ। ਮਤਲਬ ਕਿਉਂਕਿ ਸਾਡੇ ਤੇ ਸਟੇ ਹੋਈ ਵੀ ਸੀ ਜੀ, ਪੁਰਾਣੇ ਇਹਨੂੰ ਚਲਾ ਰਹੇ ਸੀ, ਤਾਂ ਇਸ ਕਰਕੇ ਉਹਨਾਂ ਨੇ ਕਿਹਾ ਵੀ ਸਾਰੇ ਆ ਜਾਓ, ਤੇ ਸਾਰੇ ਆ ਕੇ ਇੱਥੇ ਹੱਥ ਖੜਾ ਕਰਕੇ ਮਤਾ ਪਾਓ ਜੀ ਵੀ ਜੋ ਅਕਾਲ ਤਖਤ ਨੇ ਫੈਸਲਾ ਕੀਤਾ ਅਸੀਂ ਸਾਰੇ ਉਹਨੂੰ ਪ੍ਰਵਾਨ ਕਰਦੇ ਹਾਂ। ਅੱਛਾ, ਇਹ ਗੱਲ ਮੀਟਿੰਗ ਦੇ ਵਿੱਚ ਕਹੀ ਗਈ? ਬਿਲਕੁਲ ਜੀ, ਮੀਟਿੰਗ ਹੋਈ ਬਕਾਇਦਾ ਅਵਤਾਰ ਸਿੰਘ ਮੱਕੜ ਦੀ, ਸਪੈਸ਼ਲ ਇਸ ਵਾਸਤੇ। ਤੁਸੀਂ ਵਿੱਚ ਸੀ ਉਸ? ਬਿਲਕੁਲ ਨਹੀਂ ਜੀ, ਅਸੀਂ ਉਹਦਾ ਬਾਈਕਾਟ ਕੀਤਾ, ਅਸੀਂ ਗਏ ਨਹੀਂ ਉਹਦੇ ਵਿੱਚ। ਕੱਲਾ ਮੈਂ ਨਹੀਂ ਗਿਆ, ਬਹੁਤ ਸਾਰੇ ਇਹਨਾਂ ਦੇ ਪੁਰਾਣੇ ਮੈਂਬਰ ਨਹੀਂ ਗਏ, ਬਹੁਤ ਸਾਰੇ ਇਹਨਾਂ ਦੇ ਨਵੇਂ ਮੈਂਬਰ ਨਹੀਂ ਗਏ, ਜਿਨ੍ਹਾਂ ਨੂੰ ਪਤਾ ਸੀ ਵੀ ਉੱਥੇ ਕੁਝ ਗਲਤ ਹੋਣ ਵਾਲਾ। ਤੇ ਉਸ ਤੋਂ ਬਾਅਦ ਉਹੀ ਗੱਲ ਹੋਈ, ਉਹ ਚਿੱਠੀ ਆਈ ਤੇ ਇਹਨਾਂ ਨੇ ਹੱਥ ਖੜੇ ਕਰਕੇ ਮਤਾ ਪਾਸਤਾ। ਹੁਣ ਦੇਖੋ, ਕਿਸੇ ਮੈਂਬਰ ਦੇ ਵਿੱਚ ਇਹ ਜ਼ਰੂਰਤ ਨਾ ਹੋਈ, ਉਹ ਉੱਥੇ ਖੜਾ ਹੋ ਕੇ ਵਿਰੋਧ ਕਰਦਾ, ਉਹਨੂੰ ਪੁੱਛਦਾ ਵੀ ਤੁਸੀਂ ਕਰ ਕੀ ਰਹੇ ਹੋ, ਸਾਰੀ ਕੌਮ ਤਾਂ ਉਬਲੀ ਪਈ ਹੈ ਇਸ ਗੱਲ ਤੋਂ ਜੀ। ਉਸ ਤੋਂ ਬਾਅਦ ਉਸੇ ਅਕਾਲ ਤਖਤ ਨੇ ਉਹ ਹੁਕਮਨਾਮਾ ਵਾਪਸ ਲੈ ਲਿਆ ਵੀ ਸਾਡੇ ਤੋਂ ਗਲਤ ਹੋ ਗਿਆ ਜੀ। ਤੇ ਅੱਜ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਜਦੋਂ ਮੀਟਿੰਗ ਹੁੰਦੀ ਆ, ਅਸੀਂ ਖੜੇ ਹੁੰਨੇ ਆ ਜੀ। ਪਰ ਇਸ ਵਾਰ ਹੁਣ ਜਿੱਦਣ ਦੁਬਾਰੇ ਮੀਟਿੰਗ ਹੋਈ, ਅਸੀਂ ਇਹਨਾਂ ਨੂੰ ਪੂਰਾ ਮਨ ਬਣਾਇਆ ਹੋਇਆ ਵੀ ਇਹਨਾਂ ਦੇ ਸਾਹਮਣੇ ਖੜਾਂਗੇ ਜਾ ਕੇ, ਅਸੀਂ ਇਹਨਾਂ ਨੂੰ ਕਹਿ ਰਹੇ ਹਾਂ ਵੀ ਤੁਸੀਂ ਮਤਾ ਪਾਓ। ਤੁਸੀਂ ਇੱਕ ਗੱਲ
ਇਹਨੂੰ ਠੀਕ ਕਰ ਦਿਓ। ਤੁਸੀਂ ਇਹ ਕਹੋ, ਸਾਨੂੰ ਇਹ ਦੱਸ ਦਿਓ ਵੀ ਜਾਂ ਤਾਂ ਤੁਸੀਂ ਉਸ ਮਤੇ ਨੂੰ ਕੈਨਸਲ ਕਰ ਦਿਓ ਜਾਂ ਤੁਸੀਂ ਅੱਜ ਵੀ ਰਾਮ ਰਹੀਮ ਦੇ ਨਾਲ ਖੜੇ ਹੋ ਉਸ ਮਤੇ ਨੂੰ ਜਸਟੀਫਾਈ ਕਰਦੇ ਹੋ ਜੀ। ਕਿਉਂਕਿ ਜਿਹੜੇ ਅਕਾਲ ਤਖਤ ਦੇ ਫੈਸਲੇ ਦੇ ਹੱਕ 'ਚ ਤੁਸੀਂ ਮਤਾ ਪਾਇਆ ਉਹ ਅਕਾਲ ਤਖਤ ਨੂੰ ਵਾਪਸ ਲੈ ਚੁੱਕਿਆ ਤੇ ਤੁਸੀਂ ਅੱਜ ਤੱਕ ਇੱਥੇ ਮਤਾ ਕਿਉਂ ਨਹੀਂ ਪਾਇਆ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ? ਸ਼੍ਰੋਮਣੀ ਕਮੇਟੀ ਨੇ ਰੱਦ ਨਹੀਂ ਕੀਤਾ ਹੈਗਾ। ਉਵੇਂ ਹੀ ਆ। ਅਸੀਂ ਹਰ ਵਾਰੀ ਇਹਨਾਂ ਨੂੰ ਪੁੱਛਦੇ ਆ, ਉਹ ਵਿੱਚੇ ਰੋਲ ਦਿੰਦੇ ਨੇ ਗੱਲ, ਇਸ ਕਰਕੇ ਉਹਨਾਂ ਨੂੰ ਜਵਾਬ ਕੀ ਦਿੰਦੇ ਆ ਵੈਸੇ? ਜਗਾਰੇ ਜੇ ਛੱਡ ਕੇ ਬਾਹਰੋਂ ਲੰਘ ਜਾਂਦੇ ਨੇ ਜਦੇ। ਤੇ ਇਸ ਕਰਕੇ ਇਹ ਜਿਹੜਾ ਸਵਾਲ ਹੈ ਅੱਜ ਵੀ ਤੇਜਾ ਸਿੰਘ ਸਮੁੰਦਰੀ ਹਾਲ ਨੂੰ ਇਹ ਕਾਲਸ ਦਾ ਟਿੱਕਾ ਲੱਗਿਆ ਹੋਇਆ ਹੈ। ਜਿੰਨੀ ਦੇਰ ਤੱਕ ਉੱਥੇ ਸਾਰੀ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਹਿ ਕੇ ਮਤਾ ਨਹੀਂ ਪਾਉਂਦੇ ਕਿ ਉਹ ਗਲਤ ਫੈਸਲਾ ਸੀ, ਕੌਮ ਤੋਂ ਅਸੀਂ ਉਹਦੀ ਮਾਫੀ ਮੰਗਦੇ ਆ, ਭਾਵੇਂ ਕਿ ਅਸੀਂ ਤੁਹਾਡੇ ਇਸ ਕਾਲੇ ਫੈਸਲੇ ਦੇ ਵਿੱਚ ਨਹੀਂ ਸੀ, ਪਰ ਜੇ ਤੁਸੀਂ ਮਾਫੀ ਮੰਗਣ ਨੂੰ ਤਿਆਰ ਆ, ਅਸੀਂ ਤੁਹਾਡੇ ਵਿੱਚ ਬਹਿ ਕੇ ਵੀ ਮੰਗ ਲਾਂਗੇ। ਅਸੀਂ ਤਾਂ ਇਹ ਵੀ ਗੱਲ ਕਹਿੰਦੇ ਆ ਜੀ। ਤੇ ਇਸ ਕਰਕੇ ਸ਼੍ਰੋਮਣੀ ਕਮੇਟੀ ਨੇ 95 ਲੱਖ ਦੇ ਉਦੋਂ ਬਾਅਦ ਇਸ਼ਤਿਹਾਰ ਦਿੱਤੇ। ਫਿਰ ਆਪਣੀ ਇਸ ਕਾਲੇ ਕਾਰਨਾਮੇ ਨੂੰ ਛੁਪਾਉਣ ਵਾਸਤੇ ਅਕਾਲ ਤਖਤ ਦੇ ਗਲਤ ਫੈਸਲੇ ਨੂੰ ਜਸਟੀਫਾਈ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਆਈ ਜੀ। ਸ਼੍ਰੋਮਣੀ ਕਮੇਟੀ ਨੇ ਆਪਣੇ ਗਲਤ ਫੈਸਲੇ ਨੂੰ ਜਸਟੀਫਾਈ ਕਰਨ ਵਾਸਤੇ 95 ਲੱਖ ਦੇ ਅਖਬਾਰਾਂ ਨੂੰ ਇਸ਼ਤਿਹਾਰ ਦਿੱਤੇ। ਹੁਣ ਦੱਸੋ, ਜਦੋਂ ਫੈਸਲਾ ਹੀ ਰੱਦ ਹੋ ਗਿਆ ਤੇ ਜਿਹੜਾ 95 ਲੱਖ ਸਿੱਕਾਂ ਦਾ ਕਿੱਧਰ ਨੂੰ ਗਿਆ? ਉਹਦਾ ਕੌਣ ਮੁੱਲ ਹੈ? ਮੈਂ ਤਾਂ ਇਹ ਕਹਿਣਾ ਵੀ ਜਿਹੜੇ ਜਿਹੜੇ ਨੇ ਹੱਥ ਖੜੇ ਕਰਕੇ ਉੱਥੇ ਇਹ ਮਤਾ ਪਾਇਆ ਸੀ ਉਹਨਾਂ ਦੀ ਜੇਬ ਦੇ ਵਿੱਚੋਂ ਇਹ ਭਰਪਾਈ ਹੋਣੀ ਚਾਹੀਦੀ ਹੈ ਗੋਲਕ ਦੀ 95 ਲੱਖ ਦੀ ਜੀ। ਤਾਂ ਇਸ ਕਰਕੇ ਇਹ ਜਿਹੜੇ ਹਾਲਾਤ ਨੇ ਇਹ ਸ਼੍ਰੋਮਣੀ ਕਮੇਟੀ ਫਿਰ ਉਸ ਤੋਂ ਬਾਅਦ ਦੇਖੋ ਅਸਲ ਦੇ ਵਿੱਚ ਜਦੋਂ ਬੇਅਦਬੀ ਹੋਈ ਆ ਸ਼੍ਰੋਮਣੀ ਕਮੇਟੀ ਦਾ ਜ਼ਿਆਦਾ ਜਨਾਜ਼ਾ ਜਿਹੜਾ ਨਿਕਲ ਹੀ ਉਸ ਵਕਤ ਹੈ ਜੀ। ਸਿੱਖਾਂ ਨੂੰ ਅਸਲ ਵਿੱਚ ਮੈਂ ਸਮਝਦਾ ਕਿ ਇਹ ਕੁਦਰਤੀ ਗੱਲ ਇੱਕ ਰਹੀ ਹੈ ਕਿ ਜਦੋਂ ਵੀ ਗੁਰੂ ਸਾਹਿਬ ਨੇ ਨਵੀਂ ਇੱਕ ਕ੍ਰਾਂਤੀ ਲਿਆਂਦੀ ਹੈ ਤਾਂ ਆਪਣੀ ਸ਼ਹਾਦਤ ਦਿੱਤੀ ਹੈ। ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਹੁੰਦੀ ਹੈ। ਸੱਚੇ ਪਾਤਸ਼ਾਹ ਨੇ ਇੱਕੋ ਗੱਲ ਕਹੀ ਸੀ ਕਿ ਮੇਰੀ ਸਦਾ ਕੋ ਦਮਾਨਾ ਤੋਂ ਮੁਮਕਿਨ ਹੈ ਮਗਰ ਬਦਲਤੇ ਵਕਤ ਕੀ ਰਫ਼ਤਾਰ ਕੋ ਕੌਣ ਰੋਕੇਗਾ ਜੀ। ਕਹਿੰਦੇ ਮੈਨੂੰ ਤੇ ਤੁਸੀਂ ਦਬਾ ਲੋਗੇ ਕਿਉਂਕਿ ਮੈਂ ਤਾਂ ਇੱਕ ਸ਼ਾਂਤੀ ਦਾ ਸਮੁੰਦਰ ਹਾਂ, ਪਰ ਇਸ ਤੋਂ ਬਾਅਦ ਹਰ ਗੋਬਿੰਦ ਕੀ ਤਲਵਾਰ ਕੋ ਕੌਣ ਰੋਕੇਗਾ। ਇਹ ਸਮਾਂ ਆਉਣ ਵਾਲਾ। ਗੁਰੂ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਔਰੰਗਜ਼ੇਬ ਦਾ 7 ਸਦੀਆਂ ਦਾ ਰਾਜ, 700 ਸਦੀ ਦਾ ਰਾਜ ਗੁਰੂ ਤੇਗ ਬਹਾਦਰ ਸਾਹਿਬ ਦੀ ਇੱਕ ਕੁਰਬਾਨੀ ਨੇ ਪੱਟ ਕੇ ਰੱਖਤਾ ਜੀ। ਤੇ ਉਸ ਤੋਂ ਬਾਅਦ ਮੈਂ ਸਮਝਦਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗਾਂ ਦੀ ਹੋਈ ਬੇਅਦਬੀ ਦਾ ਤੇ ਇੱਕ ਜਿਹੜੀ ਸਲਤਨਤ ਜਿਹੜੀ ਇਸ ਤਰ੍ਹਾਂ ਸਾਡੇ ਸਿੱਖ ਧਰਮ ਦੇ ਉੱਤੇ ਬਹਿ ਗਈ ਸੀ, ਜਿਹੜਾ ਸਿੱਖਾਂ ਨੂੰ ਲੱਗਦਾ ਹੀ ਨਹੀਂ ਸੀ ਕੋਈ ਇਹਨਾਂ ਨੂੰ ਚੈਲੰਜ ਕਰ ਸਕਦਾ, ਕੋਈ ਇਹਨਾਂ ਨੂੰ ਲਾ ਸਕਦਾ, ਤੇ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਅਜਾਈ ਨਹੀਂ ਜਾਣੀ। ਇਸ ਕਰਕੇ ਇਹ ਸ਼੍ਰੋਮਣੀ ਕਮੇਟੀ ਨੂੰ ਜਵਾਬਦੇਹੀ ਇਹਦੀ ਉਸ ਤੋਂ ਬਾਅਦ ਜਿਹੜੀ ਸਿੱਖਾਂ ਦੇ ਵਿੱਚ ਬਣੀ ਹੈ ਜੀ। ਸੋ ਇਹ ਰੋਲ ਕੀਤਾ। ਪਰ ਤੁਸੀਂ ਦੇਖੋ ਇੱਕ ਅਫਸੋਸ ਵਾਲੀ ਗੱਲ, ਮੈਂ ਵੀ ਅਸਤੀਫਾ ਦਿੱਤਾ, ਬੜੇ ਸਾਰੇ ਹੋਰ ਮੈਂਬਰਾਂ ਨੇ ਅਸਤੀਫਾ ਦਿੱਤਾ ਜੀ। ਉਸ ਵਕਤ ਅਸਤੀਫਾ ਦਿੱਤਾ ਕੌਮ ਦੇ ਛਿੱਤਰਾਂ ਤੋਂ ਡਰਦੇ ਨੇ ਜੀ, ਵੀ ਲੋਕ ਘੇਰ ਕੇ ਛਿੱਤਰ ਮਾਰਦੇ ਸੀ। ਜਦੋਂ ਲੋਕੀ ਸ਼ਾਂਤ ਹੋ ਗਏ ਉਸ ਤੋਂ ਬਾਅਦ ਮੰਨ ਲਓ ਅਸੀਂ ਵੀ ਉਹਨਾਂ ਦੇ ਵਿੱਚ ਸਾਡੇ ਅਸਤੀਫੇ ਨਹੀਂ ਪ੍ਰਵਾਨ ਹੋਏ, ਉਹਨਾਂ ਦੇ ਵੀ ਨਹੀਂ ਹੋਏ ਜੀ। ਤੇ ਅੱਜ ਉਹ ਕਿੱਥੇ ਬੈਠੇ ਨੇ? ਉਹ ਮੁੜ ਕੇ ਫੇਰ ਉਸੇ ਦਲ ਦੀਆਂ ਅਹੁਦੇਦਾਰੀਆਂ ਲੈ ਗਈਆਂ, ਕੋਈ ਮੀਤ ਪ੍ਰਧਾਨ ਬਣ ਗਿਆ ਤੇ ਕੋਈ ਜਨਰਲ ਸਕੱਤਰ ਬਣ ਗਿਆ ਅਸਤੀਫੇ ਦੇਣੇ ਵਾਲੇ। ਅਸੀਂ ਕਮ ਸੇ ਕਮ ਜੇ ਵਿੱਚ ਖੜਿਆ ਤਾਂ ਅਸੀਂ ਤਾਂ ਉੱਥੇ ਹੀ ਖੜਿਆ ਵੀ ਤੁਸੀਂ ਅਸਤੀਫੇ ਨਹੀਂ ਪ੍ਰਵਾਨ ਕਰੇ, ਆ ਤੁਹਾਡੇ ਵਿਰੋਧ ਦੇ ਵਿੱਚ ਖੜੇ ਆ, ਇੱਥੇ ਖੜ ਕੇ ਬੋਲਾਂਗੇ, ਬੋਲ ਰਹੇ ਅਜੇ ਤੱਕ ਜੀ। ਸੋ ਇਹ ਸ਼੍ਰੋਮਣੀ ਕਮੇਟੀ ਦਾ ਜਿਹੜਾ ਇੱਕ ਰੋਲ ਆ। ਤੇ ਬਾਕੀ ਜਿਹੜਾ ਹੁਣ ਰਹਿੰਦੀ ਖੁੰਦੀ ਕਸਰ ਹੈ, ਜਿਹੜੀ ਕੋਈ ਬਚੀ ਖੁਚੀ ਕਸਰ ਸੀਗੀ ਜੀ, ਵੈਸੇ ਤਾਂ ਸਾਰੀ ਨਿਕਲੀ ਹੋਈ ਸੀ, ਕੌਮ ਨੂੰ ਪਤਾ ਲੱਗ ਚੁੱਕਿਆ ਸੀ। ਪਰ ਆਹ ਜਿਹੜਾ ਸਮਾਂ ਹੁਣ ਕਰੋਨਾ ਵਾਇਰਸ ਦਾ ਆਇਆ ਤੇ ਇਹਨੇ ਤਾਂ ਜਮਾਂ ਹੀ ਮੈਨੂੰ ਲੱਗਦਾ ਵੀ ਕੋਈ ਕਸਰ ਬਾਕੀ ਨਹੀਂ ਛੱਡੀ ਜੀ। ਹੁਣ ਤੁਸੀਂ ਦੇਖਿਓ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਕਿ ਕੁਝ ਅਜਿਹੀਆਂ ਗੱਲਾਂ ਵੀ ਸਾਹਮਣੇ ਆ ਰਹੀਆਂ ਨੇ। ਕਿੱਦਾਂ ਦੀਆਂ? ਇਹ ਜਿਵੇਂ ਸ਼੍ਰੋਮਣੀ ਕਮੇਟੀ ਮੈਂਬਰ ਨੂੰ ਇੱਕ ਫੰਡ ਦਿੰਦੇ ਸੀ ਇਲਾਕੇ 'ਚ ਵਰਤਾਉਣ ਵਾਸਤੇ, ਪ੍ਰਚਾਰ ਤਾਂ ਖੈਰ ਕਿਹੜਾ ਕਰਦਾ ਇਹਨਾਂ ਦੇ ਵਿੱਚ, ਉਹਦਾ ਪਤਾ ਹੁੰਦਾ ਵੀ ਚਲੋ ਉਹ ਹੈਗਾ ਜੀ, ਹਾਂ ਉਹ ਸਾਰੀਆਂ ਗੱਲਾਂ ਵਾਸਤੇ ਹੈ। ਤੁਸੀਂ ਕਿਤੇ ਬਿਲਡਿੰਗ ਫੰਡ ਦੇ ਸਕਦੇ ਹੋ ਜਾਂ ਤੁਸੀਂ ਕਿਤੇ ਕਿਸੇ ਗਰੀਬ ਨੂੰ ਦੇ ਸਕਦੇ ਹੋ ਜੀ। ਪਰ ਮਹਾਰਾਜ ਦੀ ਕਿਰਪਾ ਰਹੀ ਹੈ ਕਿ ਮੈਂ ਹਮੇਸ਼ਾ ਹੀ ਉਹਦੀ ਗਰੀਬ ਬੱਚਿਆਂ ਦੀ ਫੀਸ ਭਰੀ ਤੇ ਜਿਹੜੇ ਕੋਈ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਲੋਕ ਸੀਗੇ ਫਤਿਹਗੜ੍ਹ ਸਾਹਿਬ ਦੇ ਵਿੱਚ ਆਏ, ਔਰ ਮੈਂ ਕਦੇ ਵੀ ਵਿਤਕਰਾ ਨਹੀਂ ਕਰਿਆ। ਜੇ ਕੋਈ ਚੀਮਾ ਸਾਹਿਬ ਦੇ ਹਲਕੇ ਦਾ ਆ ਗਿਆ ਤਾਂ ਮੈਂ ਉਹਨੂੰ ਵੀ ਪਾ ਦਿੱਤੇ, ਜੇ ਮੇਰੇ ਕੋਟੇ ਦੇ ਵਿੱਚ ਪਏ। ਕੋਈ ਅਮਲੋਹ ਤੋਂ ਆ ਗਿਆ ਮੈਂ ਉਹਨੂੰ ਵੀ ਪਾ ਦਿੱਤੇ ਜੀ। ਤੇ ਈਵਨ ਜੇ ਇਸ ਜ਼ਿਲ੍ਹੇ ਤੋਂ ਬਾਹਰ ਵੀ ਆ ਗਿਆ ਤਾਂ ਮੈਂ ਉਹਨੂੰ ਵੀ ਪਾ ਦਿੱਤੇ ਜੀ। ਤੇ ਉਹ ਹੁਣ ਮੈਨੂੰ ਪਤਾ ਲੱਗਿਆ ਕਹਿੰਦੇ ਵੀ ਇਹ ਉਹ ਫੰਡ ਜਿਹੜਾ 3 ਸਾਲ ਲਈ ਇਹਨਾਂ ਨੇ ਸਸਪੈਂਡ ਕਰਤਾ ਵੀ ਹੁਣ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਨੂੰ ਫੰਡ ਨਹੀਂ ਦੇਊਗਾ। ਕਿੰਨਾ ਕੁ ਫੰਡ ਦਿੰਦੇ ਆ ਵੈਸੇ? ਉਹ 3 ਲੱਖ ਰੁਪਇਆ ਸੀ ਸਾਲ ਦਾ ਜੀ। ਉਹ ਜਦੋਂ ਬਜਟ ਪਾਸ ਹੁੰਦਾ ਸੀ ਉਹਦੇ ਨਾਲੇ ਪੈ ਜਾਂਦਾ ਸੀ, 1 ਸਾਲ ਦੇ ਵਿੱਚ ਤੁਸੀਂ ਵਰਤਣਾ ਹੁੰਦਾ ਸੀ ਜੀ। ਤੇ ਮੈਂ ਤਾਂ ਕਈ ਵਾਰੀ ਇਹ ਸੋਚਦਾ ਵੀ ਕੁਝ ਮੈਂਬਰ ਇਹੋ ਜਿਹੇ ਨੇ ਵਿਚਾਰਿਆਂ ਦਾ ਧੰਦਾ ਹੀ ਉਹਦੇ ਤੋਂ ਚੱਲਦਾ ਸੀ ਵੀ ਉਹਨਾਂ ਦਾ ਹੁਣ ਕੀ ਬਣੂਗਾ। ਧੰਦਾ ਮਤਲਬ ਇਹ ਸੀ, ਮੇਰੇ ਕੋਲ ਇਹ ਰਿਪੋਰਟਾਂ ਵੀ ਆਈਆਂ ਨੇ ਕਿ ਉਹ ਫੰਡ ਨੂੰ ਹੇਰਾ ਫੇਰੀ ਆਪਣੇ ਰਿਸ਼ਤੇਦਾਰਾਂ ਦੇ ਨਾਂ ਤੇ ਪਾ ਕੇ ਮਤਲਬ ਉੱਥੋਂ ਆਪਣਾ ਘਰ ਚਲਾਉਂਦੇ ਸੀ ਜੀ। ਇਹ ਮੈਂ ਇਹ ਗੱਲ ਕਹਿ ਰਿਹਾ
ਮੈਂ ਕਦੇ ਜ਼ਿੰਦਗੀ ਦੇ ਵਿੱਚ ਕਦੇ ਝੂਠੀ ਗੱਲ ਨਹੀਂ ਕਹੀ ਜੀ ਤੇ ਜੇ ਕਿਸੇ ਨੂੰ ਕੋਈ ਇਤਰਾਜ਼ ਹੋਇਆ ਤਾਂ ਮੇਰੇ ਨਾਲ ਬਹਿ ਜਾਵੇ ਤੇ ਫਿਰ ਆਪਾਂ ਇਨਕੁਆਇਰੀ ਕਰ ਲਾਂਗੇ ਜੀ ਤੋ ਇਸ ਕਰਕੇ ਜੇ ਇਨਕੁਆਇਰੀ ਦਾ ਮਾਮਲਾ ਆਊਗਾ ਤੇ ਇਹਨਾਂ ਦੇ ਜਿਵੇਂ ਕਹਿ ਦਈਏ ਢਿੱਡ ਨੰਗੇ ਹੁੰਦੇ ਨੇ ਝੱਗਾ ਚੱਕੇ ਤੇ ਇਸ ਕਰਕੇ ਮੈਂ ਜਿਹੜੀ ਗੱਲ ਇਹ ਕਹਿ ਦਿੱਤੀ। ਇਸ ਤੋਂ ਇਲਾਵਾ ਜਿਹੜੇ ਇਹਨਾਂ ਦੇ ਵਿੱਚ ਵੀ ਮੈਂ ਇਹ ਨਹੀਂ ਕਹਿੰਦਾ ਵੀ ਸਾਰੇ ਇਹ ਕੁਝ ਕਰਦੇ ਨੇ, ਬਹੁਤ ਸਾਰੇ ਚਾਹੇ ਭਾਵੇਂ ਉਹ ਬੈਠੇ ਉਧਰ ਨੇ ਬੜੇ ਇਮਾਨਦਾਰ ਨੇ, ਪਰ ਹੁਣ ਮੈਨੂੰ ਇਹ ਦੱਸੋ ਵੀ ਜਿਹੜੇ ਗਰੀਬਾਂ ਦਾ ਉਹ ਮਾੜਾ ਮੋਟਾ ਸਾਰਦੇ ਸੀਗੇ ਜੀ ਤੇ ਉਹਨਾਂ ਦਾ ਕੀ ਬਣੂਗਾ। ਸੋ ਇਸ ਕਰਕੇ ਜੇ ਸ਼੍ਰੋਮਣੀ ਕਮੇਟੀ ਅੱਜ ਲਗਭਗ 450 ਕਰੋੜ ਰੁਪਇਆ ਵੀ ਜਿਹੜਾ ਇਹ ਦਿੰਦੀ ਸੀ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਜੀ 450 ਕਰੋੜ 450 ਕਰੋੜ ਬਣਦਾ ਹੈ ਜੇ 3 ਲੱਖ ਰੁਪਏ ਦੇ ਹਿਸਾਬ ਨਾਲ ਸਾਲ ਦਾ ਦਿੱਤਾ ਜਾਂਦਾ ਸੀ। ਅੱਜ ਸਿਰਫ ਕਰੋਨੇ ਵਾਇਰਸ ਨੇ ਮਤਲਬ 3 ਮਹੀਨਿਆਂ ਦੇ ਵਿੱਚ ਉਹ ਤੋਂ ਹੱਥ ਖੜੇ ਕਰ ਗਏ। ਕੱਲ 5 ਪੈਸੇ ਕੋਈ ਯੂਨਿਟ ਵੱਧ ਗਈ ਹੋਣੀ ਬਿਜਲੀ ਦੀ, ਉਹ ਤੇ ਚੀਕਾ ਮਾਰ ਰਹੇ ਨੇ ਇਹ। ਦੱਸੋ ਵੀ ਸ਼੍ਰੋਮਣੀ ਕਮੇਟੀ ਨੂੰ ਕੱਲੀ ਨੂੰ ਲੱਗਿਆ, ਉਹ ਤਾਂ ਸਾਰੇ ਪੰਜਾਬ ਨੂੰ ਹੀ ਲੱਗਿਆ ਤੇ ਗਰੀਬ ਜਿਹੜੇ ਗਰੀਬ ਉਹਨਾਂ ਦਾ ਕੀ ਬਣੂਗਾ। ਉਹਦੇ ਤੇ ਕਹਿੰਦੇ ਜੀ ਅਸੀਂ ਨਹੀਂ ਦੇ ਸਕਦੇ ਤੇ ਗਰੀਬਾਂ ਦੀਆਂ ਤਨਖਾਹਾਂ ਜਿਹੜੀਆਂ ਨੇ ਉਹ ਕੱਟਣ ਲੱਗ ਗਏ। ਮੈਂ ਇੱਕ ਰਿਕਾਰਡ ਤੁਹਾਡੇ ਸਾਹਮਣੇ ਜਸਪਾਲ ਸਿੰਘ ਜੀ ਜਲਦੀ ਆਪਾਂ ਕਰਾਂਗੇ ਮੁਲਾਕਾਤ ਲੈ ਕੇ ਆਉਂਗਾ ਜੀ। ਇੱਕ ਅਖੰਡ ਪਾਠ ਸਾਹਿਬ ਦੀ ਭੇਟ ਇਸ ਲੈਵਲ ਤੇ ਲੈ ਕੇ ਕੋਈ ਗਰੀਬ ਤਾਂ ਸੋਚ ਹੀ ਨਹੀਂ ਸਕਦਾ ਅਖੰਡ ਪਾਠ ਸਾਹਿਬ ਕਰਾਉਣਾ ਗੁਰਦੁਆਰੇ ਦੇ ਵਿੱਚ। ਇਹ ਸ਼੍ਰੋਮਣੀ ਕਮੇਟੀ ਆ ਬਿਲਕੁਲ 8500 ਰੁਪਏ ਇਹਨਾਂ ਨੇ ਭੇਟਾ ਕਰ ਦਿੱਤੀ ਅਖੰਡ ਪਾਠ ਸਾਹਿਬ। ਪਹਿਲਾਂ ਕਿੰਨੀ ਸੀ? ਇਹ ਜਦੋਂ ਮੈਂ ਮੈਂਬਰ ਬਣਿਆ ਸੀ ਉਦੋਂ ਸੀਗੀ 3100 ਜੀ। ਉਸ ਤੋਂ ਬਾਅਦ ਹੌਲੀ ਹੌਲੀ 4100 ਹੋ ਗਈ ਜੀ, ਫਿਰ ਕਾਫੀ ਸਮਾਂ ਰਹੀ, ਫਿਰ 6100 ਹੋ ਗਈ ਜੀ। ਤੇ ਤੁਸੀਂ ਇਹ ਦੇਖੋ ਨਾ ਵੀ ਮਤਲਬ ਇੱਕ ਗਰੀਬ ਵਾਸਤੇ ਫਿਰ ਤੁਸੀਂ ਕੀ ਸੋਚ ਰੱਖਦੇ ਹੋ ਜੀ। ਪਾਠੀ ਸਿੰਘਾਂ ਨੂੰ ਦੇ ਰਹੇ ਹੋ ਤੇ ਇਹਨਾਂ ਕੋਈ ਇੱਕੋ ਬਹਾਨਾ ਆਊਗਾ ਜੀ ਅਸੀਂ ਪਾਠੀ ਸਿੰਘਾਂ ਨੂੰ ਦੇਣਾ, ਪਾਠੀ ਸਿੰਘਾਂ ਨੂੰ ਗੋਲਕ ਚ ਦੇ ਦਿਓ ਜੀ। ਗੋਲਕਾਂ ਕਾਹਦੇ ਵਾਸਤੇ ਨੇ? ਉਹ ਇਹਨਾਂ ਗਰੀਬਾਂ ਵਾਸਤੇ ਨੇ। ਬਿਲਕੁਲ। ਤੇ ਹੁਣ ਇਹਨਾਂ ਕੋਲ ਮਣਾ ਮੂਹੀ ਜਿਹੜੀ ਆ ਇਹਨਾਂ ਨੇ ਗਰਾਹੀਆਂ ਕੀਤੀਆਂ ਨੇ, ਕਣਕ ਲਿਆਂਦੀ ਹੈ ਲੋਕਾਂ ਤੋਂ ਮੰਗ ਕੇ, ਤੇ ਜੇ ਹੁਣ ਇੰਨੀ ਕਣਕ ਕੱਟੀ ਹੋ ਗਈ ਤੇ ਦੱਸਦੇ ਨੇ ਦਾਅਵੇ ਕਰਦੇ ਨੇ ਇੰਨੀ ਕਣਕ ਆ, ਤੇ ਉਹ ਦੇਖ ਲਿਓ ਤੁਸੀਂ ਕਿੰਨੇ ਕੁ ਗਰੀਬ ਆਪਣੇ ਮੁਲਾਜ਼ਮਾਂ ਨੂੰ ਦੇ ਦੇਣ ਮੈਂ ਤਾਂ ਕਹਿੰਦਾ ਜੀ। ਸੋ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਸ਼੍ਰੋਮਣੀ ਕਮੇਟੀ ਦੀਆਂ ਬੜਾ ਕੁਝ ਕੌਮ ਦੇ ਸਾਹਮਣੇ ਆ ਚੁੱਕਿਆ ਤੇ ਆਉਣ ਵਾਲੇ ਦਿਨਾਂ 'ਚ ਹੋਰ ਹੁੰਦਾ ਰਹੂਗਾ। ਲਿਆਓਗੇ ਤੁਸੀਂ? ਮਤਲਬ ਅਸੀਂ ਨਹੀਂ, ਅਸੀਂ ਨਾ ਵੀ ਲਿਆਂਦਾ ਵੈਸੇ ਹੀ ਆਈ ਜਾਣਾ। ਠੀਕ ਹੈ। ਕਿਉਂਕਿ ਇਹਨਾਂ ਦੇ ਉੱਤੇ ਮਹਾਰਾਜ ਦੀ ਇੰਨੀ ਕਿਰਪਾ ਆਪਣੇ ਆਪ ਹੀ ਲੈ ਆਉਂਦੇ ਨੇ, ਕਈ ਵਾਰੀ ਤਾਂ ਲੋੜ ਹੀ ਨਹੀਂ ਪੈਂਦੀ ਹੈਗੀ, ਇਹ ਆਪ ਹੀ ਦੱਸ ਦਿੰਦੇ ਨੇ। ਠੀਕ। ਹਾਂਜੀ। ਮੇਰਾ ਆਖਰੀ ਸਵਾਲ ਇਹ ਆ ਕਿ ਜਿਵੇਂ ਜਦੋਂ ਵੀ ਮੋਰਚੇ ਲੱਗੇ, ਪੰਥਕ ਜਿਹੜੇ ਇਕੱਠ ਕੀਤੇ ਗਏ, ਖਾਲਸਾ ਜਿਹੜੇ ਆਪਾਂ ਇਕੱਠ ਕੀਤੇ ਇਹਨਾਂ ਨੇ, ਬਰਗਾੜੀ ਮੋਰਚਾ ਵੀ ਲੱਗਾ, ਉੱਥੇ ਵੀ ਸਿੱਖਾਂ ਨੂੰ ਨਿਰਾਸ਼ਾ ਹੀ ਦਿੱਤੀ ਗਈ ਲੀਡਰਾਂ ਵੱਲੋਂ। ਕੀ ਤੁਹਾਨੂੰ ਲੱਗਦਾ ਕਿ ਜਿਹੜੇ ਸਿੱਖ ਆ ਉਹ ਸਿੱਖ ਲੀਡਰਸ਼ਿਪ ਦੇ ਉੱਪਰ ਭਰੋਸਾ ਕਰਨ ਲਈ ਤਿਆਰ ਹੋਣਗੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ? ਤੁਸੀਂ ਪਿਛਲੀ ਹਿਸਟਰੀ ਫੋਲ ਲਓ, ਇਹ ਨਹੀਂ ਹੈਗੇ ਵੀ ਕਿਸੇ ਗੱਲ ਦੇ ਵਿੱਚ ਫੇਲੀਅਰ ਲੀਡਰਾਂ ਦੀ ਵਜ੍ਹਾ ਨਾਲ ਅਸੀਂ ਹੁਣ ਹੋਏ ਆ, ਪਹਿਲਾਂ ਵੀ ਹੁੰਦੇ ਰਹੇ ਜੀ। ਪਰ ਲੀਡਰ ਇਹੋ ਜਿਹੇ ਸਮਿਆਂ ਦੇ ਵਿੱਚੋਂ ਹੀ ਪੈਦਾ ਹੁੰਦੇ ਰਹੇ ਨੇ ਜੀ। ਜਦੋਂ ਬਿਲਕੁਲ ਖਲਾ ਦਾ ਸਮਾਂ ਆ ਗਿਆ ਉਦੋਂ ਆਪਣੇ ਆਪ ਇਸ ਖਲਾ ਦੇ ਵਿੱਚੋਂ ਲੀਡਰ ਜਿਹੜੇ ਨੇ ਉਹ ਪੈਦਾ ਹੁੰਦੇ ਨੇ। ਇਹ ਨਹੀਂ ਪਤਾ ਹੁੰਦਾ ਵੀ ਕਿਹੜਾ ਬੰਦਾ ਜਿਹੜਾ ਲੀਡਰ ਬਣ ਕੇ ਤੁਹਾਡੇ ਸਾਹਮਣੇ ਆ ਜਾਵੇ। ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸੁਆਹ, ਗੁਰਬਾਣੀ ਕਹਿੰਦੀ ਆ। ਸੋ ਮੇਰਾ ਇਹ ਵਿਸ਼ਵਾਸ ਹੈ ਕਿ ਇਸ ਵਕਤ ਕੌਮ ਖਲਾ ਦੇ ਵਿੱਚ ਅੱਜ ਸਾਡੇ ਕੋਲ ਨਾ ਤਾਂ ਧਾਰਮਿਕ ਕੋਈ ਅਜਿਹਾ ਲੀਡਰ ਤੇ ਨਾ ਸਾਡੇ ਕੋਲ ਇਸ ਵਕਤ ਰਾਜਨੀਤਿਕ ਲੀਡਰ ਆ, ਪਰ ਇਸ ਖਲਾ ਦੇ ਵਿੱਚੋਂ ਜ਼ਰੂਰ ਮੈਨੂੰ ਲੱਗਦਾ ਕਿ ਜ਼ਰੂਰ ਲੀਡਰ ਪੈਦਾ ਹੋਣਗੇ, ਕਿਉਂਕਿ ਇਸ ਤਰ੍ਹਾਂ ਦਾ ਤਾਂ ਕਦੇ ਗੁਰੂ ਸਾਹਿਬ ਨਹੀਂ ਆਪਣੀ ਕੌਮ ਨੂੰ, ਆਪਣੇ ਪੰਥ ਨੂੰ ਮਤਲਬ ਰਹਿਣ ਦੇਣਗੇ। ਦੂਜੀ ਮੁੱਖ ਦੀ ਗੱਲ ਇੱਕ ਆ ਜੀ, ਮੈਂ ਤਾਂ ਇਹੀ ਤੁਹਾਡੇ ਮਾਧਿਅਮ ਰਾਹੀਂ ਪੂਰੇ ਸਿੱਖ ਕੌਮ ਨੂੰ ਅਪੀਲ ਕਰਦਾ। 84 ਤੋਂ ਲੈ ਕੇ ਅੱਜ ਤੱਕ 36 ਸਾਲਾਂ ਦੇ ਵਿੱਚ ਅਸੀਂ ਮੁਲਾਂਕਣ ਕਰਦੇ ਜਾ ਰਹੇ ਹਾਂ, ਆ ਵੀ ਹੋਇਆ, ਆ ਵੀ ਹੋਇਆ, ਆ ਵੀ ਹੋਇਆ, ਆ ਵੀ ਹੋਇਆ। ਜਿੰਨਾ ਕੁਝ ਹੋ ਗਿਆ ਕਿਸੇ ਹੋਰ ਕੌਮ ਨਾਲ ਹੋਇਆ ਵਾ ਹੁੰਦਾ, ਹੁਣ ਨੂੰ ਮੈਂ ਕਹਿੰਦਾ ਖਤਮ ਹੋ ਜਾਂਦੀ ਜੀ। ਪਰ ਉਹਦੇ ਬਾਵਜੂਦ ਵੀ ਸਿੱਖ ਕੌਮ ਜੇ ਖੜੀ ਹੈ, ਆਪਣੇ ਸਿਧਾਂਤ ਲਈ ਖੜੀ ਹੈ, ਕਿਸੇ ਬੰਦਿਆਂ ਦੀ ਕਰਾਮਾਤ ਨਹੀਂ, ਇਹ ਕਰਾਮਾਤ ਹੈ ਦਸਮ ਪਿਤਾ ਦੀ, ਜਿਨੇ ਇਸ ਕੌਮ ਦੀ ਜੜ ਦੇ ਵਿੱਚ ਆਪਣੇ ਪੁੱਤਰਾਂ ਦਾ ਲਹੂ ਪਾਇਆ ਹੈ ਜੀ, ਆਪਣੇ ਪਿਤਾ ਦਾ ਲਹੂ ਡੋਲਿਆ ਹੈ, ਆਪਣੀ ਮਾਂ ਦਾ ਲਹੂ ਡੋਲਿਆ। ਇਸ ਕਰਕੇ ਇਹ ਐਸਾ ਸਿੱਖੀ ਦਾ ਦਰਖਤ ਹੈ, ਇਹਦੀ ਜੜ ਨਹੀਂ ਕਦੇ ਹਿੱਲ ਸਕਦੀ, ਹਰਾ ਹੀ ਰਹੂਗਾ, ਕਿਉਂਕਿ ਇਹਦੀਆਂ ਜੜਾਂ ਵਿੱਚ ਦਸਮ ਪਾਤਸ਼ਾਹ ਆਪਣੇ ਜਿਸਮ ਦਾ ਲਹੂ ਪਾ ਕੇ ਗਏ ਨੇ। ਬਾਬਾ ਜੀ ਸਮਾਂ ਦਿੱਤਾ, ਬਹੁਤ ਬਹੁਤ ਧੰਨਵਾਦ ਤੁਹਾਡਾ। ਦਰਸ਼ਕੋ, ਜਿਵੇਂ ਬਾਬਾ ਜੀ ਨੇ ਵੀ ਗੱਲ ਕਹੀ ਹੈ ਕਿ ਨਿਰਾਸ਼ਾ ਦਾ ਵਾਕਈ ਕੌਮ ਦੇ ਵਿੱਚ ਹੈਗੀ ਹੈ, ਨੋ ਡਾਊਟ, ਪਰ ਹਾਲਾਤ ਜਿਹੜੇ ਨੇ ਬਣਦੇ ਜਾ ਰਹੇ ਨੇ, ਕੋਈ ਨਾ ਕੋਈ ਨਵੀਂ ਲੀਡਰਸ਼ਿਪ, ਜਿਵੇਂ ਭਾਈ ਰਣਜੀਤ ਸਿੰਘ ਹੁਣੀ ਵੀ ਬੜੀ ਮਿਹਨਤ ਕਰ ਰਿਹਾ, ਪੰਥਕ ਅਕਾਲੀ ਲਹਿਰ ਉਹਨਾਂ ਨੇ ਬਣਾਈ ਆ। ਸੋ ਉਹ ਇੱਕ ਬੜੇ ਧੜੱਲੇਦਾਰ ਲੀਡਰ ਨੇ, ਖੁੱਲ੍ਹ ਕੇ ਵੀ ਬੋਲਦੇ ਆ, ਔਰ ਬਾਬਾ ਜੀ ਉਸੇ ਪੰਥਕ ਅਕਾਲੀ ਲਹਿਰ ਦੇ ਨਾਲ ਜੁੜੇ ਹੋਏ ਆ, SGPC ਦੇ ਮੈਂਬਰ ਵੀ ਆ। ਇਹ ਵੀ ਜਿਹੜੀਆਂ ਆਪਣੀਆਂ ਟਿੱਪਣੀਆਂ, ਆਪਣੀ ਗੱਲਬਾਤ ਨੂੰ ਬੜੇ ਸੁਚੱਜੇ ਢੰਗ ਨਾਲ ਰੱਖਦੇ ਆ। ਸੋ ਸਿੱਖਾਂ ਨੂੰ ਇਹ ਸੋਚਣਾ ਪੈਣਾ ਕਿ ਤੁਹਾਡਾ ਜਿਹੜਾ ਭਵਿੱਖ ਆ ਉਹ ਪੋਲੀਟੀਕਲ ਪਾਵਰ ਤੋਂ ਬਿਨਾਂ ਸੋਲੂਸ਼ਨ ਇਹਦਾ ਕੋਈ ਨਹੀਂ ਨਿਕਲਣਾ। ਤੁਹਾਡੇ ਬੰਦੇ ਜਿੱਤ ਕੇ ਵਿਧਾਨ ਸਭਾ ਤੇ ਪਾਰਲੀਮੈਂਟ ਦੇ ਵਿੱਚ ਜਾਣਗੇ, ਉੱਥੇ ਜਾ ਕੇ ਤੁਹਾਡੀ ਗੱਲਬਾਤ ਕਰਨਗੇ, ਤਾਂ ਹੀ ਤੁਹਾਡੇ ਮਸਲੇ, ਜਿਹੜੀਆਂ ਸ਼ਿਕਾਇਤਾਂ ਤੁਸੀਂ ਕਰਦੇ ਹੋ ਕਿ ਝੂਠੇ ਪੁਲਿਸ ਮੁਕਾਬਲਿਆਂ ਦੀ ਜਾਂਚ ਹੋਵੇ, ਪੰਜਾਬ ਦੇ ਪਾਣੀਆਂ ਦੀ ਗੱਲ, ਹੋਰ
ਹੋਰ ਕਈ ਮਸਲੇ ਤੁਸੀਂ ਗੱਲਾਂ ਕਰਦੇ ਹੋ, ਉਹ ਹੱਲ ਪੋਲੀਟੀਕਲੀ ਆ, ਕੋਈ ਧਾਰਮਿਕ ਜਾਂ ਧਰਨੇ ਮੁਜ਼ਾਹਰੇ ਕਰਕੇ ਨਹੀਂ ਹੋਣੇ। ਜਿਨ੍ਹਾਂ ਨੇ ਗੱਲ ਕਰਨੀ ਹੈ, ਜਿਨ੍ਹਾਂ ਨੇ ਕਾਨੂੰਨ ਬਣਾਉਣਾ, ਉਹ ਪੋਲੀਟੀਕਲ ਲੋਕ ਹੀ ਬਣਾ ਸਕਦੇ ਆ। ਇਸ ਕਰਕੇ ਤੁਹਾਨੂੰ ਪੋਲੀਟੀਕਲ ਸੋਲੂਸ਼ਨ ਵੱਲ ਜਾਣਾ ਪਏਗਾ। ਇਹੀ ਤੁਹਾਡਾ ਹੱਲ ਹੈ। ਧੰਨਵਾਦ।